वाहिगुरु साहिब जीओ। एक ओंकार सतनाम करता पुरख निरभौ निर्वैर अकाल मूरत अजूनी सहभं गुर प्रसाद। वाहिगुरु 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 साहिब जीओ। वाहिगुरु जी का खालसा वाहिगुरु जी की फतेह। परम सम्मानयोग ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਾਰਿਓ, ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਅਸੀਂ ਇਤਿਹਾਸ ਦੇ ਉਹ ਪੰਨੇ ਆਪ ਜੀ ਦੇ ਨਾਲ ਵਿਚਾਰ ਕਰਨੇ ਹਨ ਜਿਹਨੂੰ ਸਿੱਖ ਇਤਿਹਾਸ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰਮਤਿ ਅੰਦਰ ਸ਼ਬਦ ਗੁਰੂ ਦਾ ਸੰਕਲਪ ਅਤੇ ਸਿੱਖ ਦਾ ਇਹ ਭਰੋਸਾ, ਇਹ ਵਿਸ਼ਵਾਸ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਗੁਰੂ ਦਾ ਹੁਕਮ ਪ੍ਰਤੱਖ ਰੂਪ ਵਿੱਚ ਸਿੱਖਾਂ ਦੇ ਉੱਤੇ ਇਰਸ਼ਾਦ ਹੁੰਦਾ ਹੈ। ਅਸਲ ਵਿੱਚ ਗੁਰਦੁਆਰਾ ਸੁਧਾਰ ਲਹਿਰ ਦਾ ਮੁੱਖ ਕਾਰਨ ਇਹੋ ਹੀ ਹੈ। ਇਹ ਭਰੋਸਾ, ਇਹ ਵਿਸ਼ਵਾਸ ਜੋ ਸਤਿਕਾਰ ਸਿੱਖ ਹਿਰਦਿਆਂ ਵਿੱਚ ਗੁਰਦੁਆਰੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਈ ਹੈ, ਉਸ ਸਤਿਕਾਰ ਤੇ ਉਸ ਬਖਸ਼ਿਸ਼, ਉਸ ਰਹਿਮਤ ਨੂੰ ਸਦਾ ਲਈ ਕਾਇਮ ਰੱਖਣ ਲਈ ਇਹ ਸੁਧਾਰ, ਗੁਰਦੁਆਰਾ ਸੁਧਾਰ ਲਹਿਰ ਜਿਹੜੀ ਉਸ ਸਮੇਂ ਵਿੱਚ ਵਾਪਰੀ। ਫਿਰ ਉਹ ਸਥਾਨ ਜਿੱਥੇ ਗੁਰੂ ਸਾਹਿਬ ਜੀ ਦੇ ਆਗਮਨ ਹੋਇਆ ਹੋਵੇ, ਜਿੱਥੇ ਸ੍ਰੀ ਗੁਰੂ ਵਿੱਚ ਗੁਰੂ ਜੀ ਦੇ ਪਾਵਨ ਗੁਰੂ ਚਰਨਾਂ ਦੀ ਸ਼ੋਭ ਮਿਲੀ ਹੋਈ ਹੋਵੇ, ਉੱਥੋਂ ਅੱਜ ਵੀ ਗੁਰੂ ਦੇ ਹੁਕਮ ਨੂੰ ਜਾਂ ਗੁਰੂ ਦੇ ਇਤਿਹਾਸ ਨੂੰ, ਗੁਰੂ ਦੀਆਂ ਸਿੱਖਿਆਵਾਂ ਨੂੰ ਬੜੇ ਪਿਆਰ, ਸਤਿਕਾਰ ਤੇ ਸਨਮਾਨ ਨਾਲ ਸੁਣਿਆ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਸਤਿਗੁਰੂ ਆਪਣੇ ਜੀਵਨ ਕਾਲ ਵਿੱਚ ਗੁਰਸਿੱਖਾਂ ਨੂੰ ਸਮਝਾਉਂਦੇ ਜਾਂ ਸਮਝਾਉਂਦੇ ਹੋਣਗੇ। ਹਰ ਕੌਮ ਆਪਣੇ ਬਜ਼ੁਰਗਾਂ ਦੀਆਂ ਇਤਿਹਾਸਕ ਯਾਦਗਾਰਾਂ ਨੂੰ ਸਤਿਕਾਰ ਭੇਟ ਕਰਦੀ ਹੈ ਤੇ ਕਰਨਾ ਵੀ ਚਾਹੀਦਾ ਹੈ। ਜਿਹੜੀਆਂ ਕੌਮਾਂ ਆਪਣੇ ਬਜ਼ੁਰਗਾਂ ਦੀਆਂ, ਵੱਡੇ ਵਡੇਰਿਆਂ ਦੀਆਂ, ਭਾਵ ਜਿਨ੍ਹਾਂ ਨੇ ਕੌਮ ਲਈ ਆਪਾ ਵਾਰਿਆ ਹੈ, ਉਹਨਾਂ ਨੂੰ ਸਤਿਕਾਰ ਭੇਟ ਨਹੀਂ ਕਰਦੀਆਂ, ਉਹ ਕੌਮਾਂ ਇਤਿਹਾਸ ਦੇ ਵਿੱਚੋਂ ਛੇਤੀ ਮੁੱਕ ਜਾਂਦੀਆਂ ਹਨ, ਮਿਟ ਜਾਂਦੀਆਂ ਹਨ। ਉਹ ਅਸਥਾਨ ਜਿਹੜੇ ਜੀਵਨ ਦੀ ਸੇਧ ਬਖਸ਼ਦੇ ਹੋਣ, ਜੀਵਨ ਦੀਆਂ ਸੇਧਾਂ ਦਿੰਦੇ ਹੋਣ, ਉਹਨਾਂ ਵਿੱਚ ਕੋਈ ਵਿਘਨ ਪੈ ਜਾਏ ਜਾਂ ਕੋਈ ਰੁਕਾਵਟ ਖੜੀ ਹੋ ਜਾਏ, ਇਹਨੂੰ ਸਿੱਖ ਛੇਤੀ ਬਰਦਾਸ਼ਤ ਨਹੀਂ ਕਰ ਸਕਦਾ। ਇਹ ਗੱਲ ਵੀ ਸਪਸ਼ਟ ਹੈ ਕਿ ਸਿੱਖ ਆਪਣੇ ਉੱਤੇ ਜ਼ੁਲਮ ਸਹਿ ਸਕਦਾ ਹੈ, ਆਪਣੇ ਉੱਤੇ ਵਧੀਕੀ ਸਹਿ ਸਕਦਾ ਹੈ, ਪਰ ਆਪਣੇ ਗੁਰੂ ਤੇ ਗੁਰੂ ਦੇ ਅਸਥਾਨ ਦੇ ਉੱਤੇ ਸਿੱਖ ਕਦੇ ਵੀ ਕਿਸੇ ਨੂੰ ਕਹਿਰੀ ਅੱਖ ਨਾਲ ਵੇਖਣ ਨਹੀਂ ਦਿੰਦਾ। ਇਹ ਇਤਿਹਾਸ ਸ਼ੁਰੂ ਤੋਂ ਹੀ ਸਿੱਖ ਕੌਮ ਦਾ ਚੱਲਿਆ ਆਉਂਦਾ ਹੈ। ਇਸ ਇਤਿਹਾਸ ਨੂੰ ਹੀ 18ਵੀਂ ਸਦੀ ਦੇ ਘੱਲੂਘਾਰਿਆਂ ਵਿੱਚ 1920 ਤੋਂ 1925 ਤੱਕ ਕਹੇ ਜਾਂਦੇ ਉਸ ਵੇਲੇ ਦੇ ਅਮਨ ਵਾਲੇ ਰਾਜ ਵਿੱਚ ਵੀ ਗੁਰੂ ਦੇ ਸਿੱਖਾਂ ਨੇ ਸਿੱਧ ਕਰ ਦਿੱਤਾ ਸੀ। ਬਾਹਰੋਂ ਤੌਰ ਤੇ ਵੇਖਣ ਨੂੰ ਇਹ ਲੱਗਦਾ ਹੋਵੇਗਾ ਕਿ ਸਿੱਖਾਂ ਦਾ ਸਮੇਂ ਦੀ ਹਕੂਮਤ ਪਾਸੋਂ ਜਾਂ ਕਿਸੇ ਵਿਰੋਧੀ ਪਾਰਟੀ ਪਾਸੋਂ ਇਹਨਾਂ ਪਾਵਨ ਸਥਾਨਾਂ ਦੇ ਕਬਜ਼ੇ ਲੈਣ ਦਾ ਸਵਾਲ ਸੀ, ਪਰ ਇਹ ਗੱਲ ਨਹੀਂ। ਗੱਲ ਇਸ ਦੀ ਤਹਿ ਥੱਲੇ ਕੋਈ ਹੋਰ ਹੀ ਦੱਬੀ ਹੋਈ ਹੈ। ਗੁਰਦੁਆਰੇ ਸਿੱਖੀ ਜੀਵਨ ਦਾ ਧੁਰਾ ਹਨ, ਸਿੱਖੀ ਜੀਵਨ ਦਾ ਕੇਂਦਰ ਹਨ ਔਰ ਸਿੱਖ ਦੇ ਜੀਵਨ ਦੀ ਆਧਾਰਸ਼ਿਲਾ ਵੀ ਹਨ। ਜਦੋਂ ਕਿਸੇ ਗੱਡੀ ਦਾ ਧੁਰਾ
ਕਮਜ਼ੋਰ ਹੋ ਜਾਏ ਤਾਂ ਫਿਰ ਉਹ ਟੁੱਟ ਜਾਣਾ ਜਾਂ ਗੱਡੀ ਦਾ ਖਲੋ ਜਾਣਾ ਇਹ ਆਮ ਸੁਭਾਵਿਕ ਜਿਹੀ ਬਾਤ ਹੈ। ਕੋਈ ਜਾਨਦਾਰ ਸਰੀਰ ਵੀ ਉਨਾ ਸਿਰ ਹੀ ਜਿਉਂਦਾ ਰਹਿੰਦਾ ਹੈ ਜਾਂ ਕੰਮ-ਕਾਰ ਜੋਗਾ ਰਹਿੰਦਾ ਹੈ, ਜਦ ਤਾਈਂ ਉਹਦੀਆਂ ਨਾੜਾਂ ਦੇ ਵਿੱਚ ਬਲੱਡ ਲਹੂ ਪੂਰਾ ਇੱਕ ਮਿਕਦਾਰ ਵਿੱਚ ਚੱਲਦਾ ਹੈ। ਜਿਵੇਂ ਹੀ ਇਹਦੇ ਵਿੱਚ ਫ਼ਰਕ ਆਉਂਦਾ ਹੈ, ਸਰੀਰ ਕਮਜ਼ੋਰ ਹੁੰਦਾ ਹੈ, ਢਹਿ-ਢੇਰੀ ਹੁੰਦਾ ਹੈ, ਨਿਰਬਲ ਹੁੰਦਾ ਹੈ। ਇਉਂ ਕਹਿ ਲਈਏ, ਸਿੱਖ ਦਾ ਤੇ ਗੁਰਦੁਆਰੇ ਦਾ ਸੰਬੰਧ ਸਰੀਰ ਤੇ ਲਹੂ ਵਾਲਾ ਹੈ। ਤੇ ਲਹੂ ਗੰਦਾ ਹੋ ਜਾਏ, ਸੁੱਕ ਜਾਏ, ਘਟ ਜਾਏ ਤਾਂ ਗੰਦੇ ਲਹੂ ਨੂੰ ਸਾਫ਼ ਕਰਨ ਦੇ ਤੇ ਘਟੇ ਹੋਏ ਲਹੂ ਨੂੰ ਪੂਰਾ ਕਰਨ ਲਈ ਲੋੜ ਪੈਂਦੀ ਹੈ। ਇਹੀ ਕਾਰਨ ਹੈ ਕਿ ਹਸਪੀਟਲ ਵਿੱਚ ਬਲੱਡ ਬੈਂਕ ਬਣੇ ਹੋਏ ਹਨ ਤਾਂ ਕਿ ਇਨਸਾਨ ਦੇ ਇਸ ਲੋੜ ਨੂੰ ਪੂਰਾ ਕੀਤਾ ਜਾ ਸਕੇ। ਜਦੋਂ ਵੀ ਗੁਰਦੁਆਰੇ ਸਿੱਖੀ ਸਰੀਰ ਨੂੰ ਨਿਰੋਆ ਰੱਖਣ ਦੇ ਕਮਜ਼ੋਰ ਹੋਏ, ਯੋਗ ਨਾ ਰਹੇ ਤਾਂ ਸਿੱਖਾਂ ਨੇ ਆਪਣਾ ਕੀਮਤੀ ਖੂਨ ਦੇ ਕੇ, ਲਹੂ ਦੇ ਕੇ ਇਸ ਗੁਰਦੁਆਰੇ ਰੂਪੀ ਸਰੀਰ ਨੂੰ ਬਹਾਲ ਕਰਨ ਲਈ ਘੋਲ ਘਾਲਣਾ ਕੀਤੀਆਂ, ਘੋਲ ਕਮਾਈਆਂ ਵੀ ਕੀਤੀਆਂ ਹਨ। ਨਹੀਂ ਤਾਂ ਇਹ ਰੱਬ ਦਾ ਸੀ ਖਤਰਾ ਪੈਦਾ ਹੋ ਗਿਆ ਸੀ ਕਿ ਕਿਤੇ ਇਸ ਗੁਰਦੁਆਰੇ ਰੂਪੀ ਸੰਸਥਾ ਦਾ ਅੰਤ ਹੀ ਨਾ ਹੋ ਜਾਏ। ਇਹੀ ਕਾਰਨ ਹੈ ਕਿ ਗੁਰਦੁਆਰਿਆਂ ਸੰਬੰਧੀ ਕਿਸੇ ਘਟਨਾ ਜਾਂ ਲਹਿਰ ਦੇ ਹੋਂਦ ਵਿੱਚ ਆਉਣ ਦਾ ਜਿਹਨੂੰ ਅਸੀਂ ਅੱਗੋਂ ਆਪਾਂ ਵਿਚਾਰ ਕਰਨੀ ਹੈ, ਜਿਹਨੂੰ ਅਸੀਂ ਗੁਰਦੁਆਰਾ ਸੁਧਾਰ ਲਹਿਰ ਦਾ ਨਾਮ ਕਹਿੰਦੇ ਹਾਂ। ਇਸ ਸੰਬੰਧ ਵਿੱਚ ਇੱਕ ਵੱਡੀ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਜਿਵੇਂ ਰੋਗੀ ਤੇ ਲਹੂ ਦੀ ਘਾਟ ਵਾਲੇ ਸਰੀਰ ਦੀ ਸਿਹਤ ਦੁਬਾਰਾ ਕਾਇਮ ਕਰਨ ਵਾਸਤੇ ਕਿਸੇ ਸਾਫ਼ ਲਹੂ ਦੀ, ਨਰੋਏ ਲਹੂ ਦੀ, ਬਲੱਡ ਦੀ ਲੋੜ ਪੈਂਦੀ ਹੈ, ਇਉਂ ਹੀ ਨਰੋਈ ਤੇ ਧਰਮੀ ਆਤਮਾ ਜ਼ਬਰ ਜ਼ੋਰ ਤੇ ਅਧਰਮ ਦੀ ਮੈਲ ਲੱਗੀ ਹੋਈ ਮੈਲ ਜਾਂ ਮਿੱਟੀ ਧੋ ਸਕਣ ਦੇ ਸਮਰੱਥ ਹੋਇਆ ਕਰਦੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹਜ਼ੂਰ ਜਦੋਂ ਬ੍ਰਾਹਮਣਾਂ ਨੇ ਧਰਮ ਦੀ ਰੱਖਿਆ ਦੀ ਪੁਕਾਰ ਕੀਤੀ ਤਾਂ ਸਤਿਗੁਰੂ ਜੀ ਨੇ ਇਸ ਦਾ ਉਪਾਅ ਵੀ ਪਵਿੱਤਰ ਸਰੀਰ ਵਾਲੇ ਜਾਂ ਪਵਿੱਤਰ ਆਤਮਾ ਦੀ ਬਲੀ ਦਾ ਹੀ, ਸ਼ਹੀਦੀ ਦਾ ਹੀ ਦੱਸਿਆ ਸੀ। ਤਾਂ ਅਸੀਂ ਇਸ ਗੁਰਦੁਆਰਾ ਸੁਧਾਰ ਲਹਿਰ ਵਿੱਚ ਵੀ ਇਹ ਦੇਖਾਂਗੇ ਕਿ ਸਤਿਗੁਰੂ ਜੀ ਦੇ ਉਹਨਾਂ ਦੁਲਾਰਿਆਂ ਨੇ, ਉਹਨਾਂ ਲਾਲਾਂ ਨੇ, ਉਹਨਾਂ ਨੇ ਧਰਮ ਯੁੱਧ ਕਰਨ ਵਾਲਿਆਂ ਨੇ ਕਿਵੇਂ ਆਪਣੀਆਂ ਆਹੂਤੀਆਂ ਦਿੱਤੀਆਂ ਹਨ, ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਉਹ ਧਰਮੀ ਸਨ, ਉਹ ਸੱਚਮੁੱਚ ਪਵਿੱਤਰ ਆਤਮਾ ਸਨ, ਉਹ ਸੂਰਬੀਰ ਬਚਨ ਕੇ ਬਲੀ ਸਨ। ਉਹਨਾਂ ਨੂੰ ਆਪਣੇ ਸਤਿਗੁਰੂ ਦੇ ਅੱਗੇ ਕੀਤੀ ਹੋਈ ਅਰਦਾਸ ਤੇ ਪੂਰਾ ਵਿਸ਼ਵਾਸ ਸੀ, ਉਹਨਾਂ ਦਾ ਭਰੋਸਾ ਸੀ, ਉਹਨਾਂ ਦੇ ਗੁਰੂ ਅੱਗੇ ਬਚਨ ਕੀਤਾ ਸੀ, ਅਸੀਂ ਕੁਝ ਵੀ ਹੋ ਜਾਏ ਅੱਗੋਂ ਹੱਥ ਨਹੀਂ ਉਠਾਵਾਂਗੇ, ਆਪਣੇ ਨਿਸ਼ਾਨੇ ਵੱਲ ਵੱਧਦੇ ਜਾਵਾਂਗੇ। ਗੋਲੀਆਂ ਖਾਧੀਆਂ, ਛਵੀਆਂ ਤੇ ਗੜਾਸਿਆਂ ਦੀ ਵਾਰ ਸਹੇ, ਡਾਂਗਾਂ ਨਾਲ ਮਾਰੇ ਗਏ, ਆਪਣੇ ਹੱਡ ਤੜਵਾਏ, ਸ਼ਹੀਦ ਹੋ ਗਏ, ਪਰ ਆਪਣਾ ਸਿੱਖੀ ਸਿਦਕ ਭਰੋਸਾ ਜਾਂ ਸਿਰੜ ਨਹੀਂ ਛੱਡਿਆ। ਦੂਜੇ ਲਫ਼ਜ਼ਾਂ 'ਚ ਅਸੀਂ ਕਹਿ ਲਈਏ ਕਿ ਆਪਣਾ ਸਿਦਕ ਨਹੀਂ ਹਾਰਿਆ, ਕਿਉਂਕਿ ਗੁਰੂ ਅੱਗੇ ਅਰਦਾਸ ਕਰਕੇ ਚੱਲੇ ਸਨ। ਉਹਨਾਂ ਨੂੰ ਆਪਣੇ ਸਤਿਗੁਰੂ ਦੇ ਅੱਗੇ ਕੀਤੀ ਹੋਈ ਅਰਦਾਸ ਤੇ ਪੂਰਾ ਵਿਸ਼ਵਾਸ ਤੇ ਪੂਰਾ ਭਰੋਸਾ ਸੀ। ਇਸ ਤੋਂ ਵੱਧ ਧਰਮ ਦਾ ਜਜ਼ਬਾ ਹੋਰ ਕੀ ਹੋ ਸਕਦਾ ਹੈ? ਇਸ ਤੋਂ ਵੱਧ ਕੀ ਧਰਮ ਦੀ ਅਸੀਂ ਜਜ਼ਬੇ ਦੀ ਗੱਲ ਕਰਦੇ ਹਾਂ? ਉਹਨਾਂ ਦੇ ਹਿਰਦਿਆਂ ਅੰਦਰ ਇਹ ਗੱਲ ਵਸੀ ਹੋਈ ਸੀ ਕਿ ਉਹ ਗੁਰੂ ਦਾ ਕੰਮ ਕਰ ਰਹੇ ਹਨ, ਇਹ ਕਾਰ ਗੁਰੂ ਦੀ ਹੈ, ਉਹ ਗੁਰੂ ਦੀ ਕਾਰ ਕਮਾ ਰਹੇ ਹਨ। ਜ਼ਬਾਨ ਸਤਿਗੁਰੂ, ਸਤਨਾਮ ਵਾਹਿਗੁਰੂ ਤੋਂ ਬਿਨਾਂ ਦੂਜਾ ਸ਼ਬਦ ਨਹੀਂ ਸੀ ਨਿਕਲਦਾ। ਵੇਖਣ ਵਾਲੇ ਬੜੇ ਹੈਰਾਨ ਸਨ ਕਿ ਕਿਹੜੇ ਮਿੱਟੀ ਦੇ ਬਣੇ ਹੋਏ ਸਨ, ਕਿਹੜੀ ਮਿੱਟੀ ਦੇ ਬਣੇ ਹੋਏ ਸਿੰਘ ਸਨ, ਗੇਲੀਆਂ ਵਾਂਗੂ ਜਿਨ੍ਹਾਂ ਦੇ ਜਿਸਮ ਚੀਰੇ ਆ ਰਹੀਆਂ। ਉਹਨਾਂ ਦੇ ਜਿਸਮ ਜਨ ਨੂੰ ਚੀਰ ਦਿੱਤਾ ਗਿਆ, ਉਹਨਾਂ ਨੂੰ ਮਾਰਿਆ ਕੁੱਟਿਆ ਗਿਆ। ਕਿਹੜੀ ਮਿੱਟੀ ਦੇ ਬਣੇ ਹੋਏ ਸਨ ਜਿਨ੍ਹਾਂ ਨੇ ਜ਼ਬਾਨ ਤੋਂ ਕਦੀ ਹਾਏ ਉਫ ਲਫ਼ਜ਼ ਵੀ ਨਹੀਂ ਕੱਢਿਆ। ਕਿੰਨਾ ਭਰੋਸਾ, ਕਿੰਨਾ ਵਿਸ਼ਵਾਸ, ਕਿੰਨੀ ਦਲੇਰੀ ਹੈ ਉਹਨਾਂ ਤੋਂ। ਹਾਏ ਦੀ ਥਾਂ ਸਿਰਫ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ, ਸਤਨਾਮ, ਵਾਹਿਗੁਰੂ ਵੀ ਉਹਨਾਂ ਦੀ ਜ਼ੁਬਾਨ ਤੋਂ ਨਿਕਲਦਾ ਰਿਹਾ। ਗੱਲ ਸਪਸ਼ਟ ਹੈ ਕਿ ਅਸਲ ਵਿੱਚ ਉਹ ਅੰਦਰੋਂ ਜੁੜੀਆਂ ਹੋਈਆਂ ਆਤਮਾ ਸਨ, ਪਿਆਰੇ ਦੇ ਪਿਆਰ ਵਿੱਚ ਰੰਗੇ ਹੋਏ ਸਨ। ਸਿਦਕ ਸੀ, ਇੱਕ ਜਜ਼ਬਾ ਸੀ, ਇੱਕ ਭਰੋਸਾ ਸੀ ਉਹਨਾਂ ਦਾ ਆਪਣੇ ਗੁਰੂ ਦੇ ਉੱਤੇ, ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਸਫਲਤਾ ਦਾ ਰਾਹ ਖੋਲ੍ਹਿਆ ਸੀ। ਗੁਰਦੁਆਰਾ ਸੁਧਾਰ ਲਹਿਰ ਦੇ ਸ਼ਹੀਦਾਂ ਨੂੰ ਬਿਲਕੁਲ ਇਸੇ ਨਜ਼ਰ ਨਾਲ ਦੇਖਣ ਦੀ ਲੋੜ ਹੈ। ਇਹ ਲੋਕਾਂ ਦਾ ਭੁਲੇਖਾ ਹੈ, ਬਾਹਰ ਦੌਰ ਤੇ ਦੇਖਣ ਵਾਲਿਆਂ ਦਾ, ਕਿ ਇਹ ਗੁਰਦੁਆਰਿਆਂ ਦੇ ਕਬਜ਼ੇ ਖਾਤਰ ਸ਼ਹੀਦੀਆਂ ਪਾ ਗਏ, ਪਰ ਅਸਲ ਗੱਲ ਇਹ ਨਹੀਂ। ਉਹਨਾਂ ਦੇ ਸਿਦਕ, ਉਹਨਾਂ ਦੇ ਪਿਆਰ ਦੀ ਹੈ। ਉਹਨਾਂ ਮਿੱਥ ਲਿਆ ਸੀ, ਇਹ ਸੋਚ ਲਿਆ ਸੀ ਕਿ ਅਸੀਂ ਗੁਰੂ ਦੀ ਕਾਰ ਕਰਨੀ ਹੈ, ਗੁਰੂ ਚਰਨਾਂ ਉੱਪਰ ਆਪਣਾ ਨਿਸ਼ਾਵਰ ਕਰਨਾ ਹੈ। ਉਹ ਇਸ ਲਗਨ ਨਾਲ ਹੀ ਘਰ ਤੋਂ ਚੱਲ ਕੇ ਆਏ ਸਨ, ਆਪਣਾ ਆਪ ਕੁਰਬਾਨ ਕਰਨ ਦੇ ਲਈ, ਤੇ ਸਤਿਗੁਰੂ ਨੇ ਉਹਨਾਂ ਦੀ ਰੀਝ ਨੂੰ ਵੀ ਪੂਰਾ ਕੀਤਾ। ਜੀਵਤ ਸਾਹਿਬ ਸੇਵੋ ਆਪਣਾ, ਚਲਤੇ ਰਾਖਿਓ ਚੀਤ। ਇਹ ਵਿਸ਼ਵਾਸ, ਇਹ ਭਰੋਸਾ ਉਹਨਾਂ ਦਾ ਸਤਿਗੁਰੂ ਨੇ ਆਪ ਪੂਰਾ ਕੀਤਾ। ਗੁਰਮਤਿ ਦੇ ਅੰਦਰ ਸੰਗਤ ਦਾ ਇੱਕ ਬੜਾ ਵੱਡਾ ਮਹੱਤਵ ਹੈ। ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਨੂੰ ਜਦੋਂ ਪੜ੍ਹਦੇ ਹਾਂ ਤਾਂ ਸਤਿਗੁਰੂ ਜਿੱਥੇ ਵੀ ਜਾਂਦੇ ਸੰਗਤਾਂ ਨੂੰ ਕਾਇਮ ਕਰਦੇ, ਸੰਗਤ ਦੇ ਜੁੜਨ ਦੀ, ਬੈਠਣ ਦੀ ਥਾਂ ਦੀ ਸਥਾਪਨਾ ਕਰਦੇ। ਹਰ ਸਮੇਂ ਸਵੇਰੇ ਸ਼ਾਮ ਸੰਗਤ ਜੁੜਦੀ, ਸ਼ਬਦ ਕੀਰਤਨ, ਕਥਾ ਵਾਰਤਾ ਹੁੰਦੀਆਂ, ਤੇ ਇਹਨਾਂ ਵਿੱਚੋਂ ਕਈ ਸੰਗਤਾਂ ਦੇ ਸਥਾਨ, ਕਈਆਂ ਦੇ ਨਿਸ਼ਾਨ ਅਜੇ ਵੀ ਮਿਲਦੇ ਹਨ, ਜਿਨ੍ਹਾਂ ਵਿੱਚੋਂ ਅਸੀਂ ਯੂਪੀ ਦਾ ਨਾਨਕ ਮਤਾ, ਸੂਰਤ ਵਿੱਚ ਨਾਨਕਵਾੜਾ, ਦੱਖਣ ਵਿੱਚ ਮਿਰਜ਼ਾਪੁਰ, ਪੂਰਬ ਵਿੱਚ ਚਿਟਗਾਂਗ, ਹੈਦਰਾਬਾਦ, ਦੱਖਣ ਵਿੱਚ ਆਦਿਲਾਬਾਦ, ਅਸਾਮ ਅੰਦਰ ਧੁਬੜੀ ਦੀਆਂ ਸੰਗਤਾਂ ਦੇ ਨਾਮ ਅੱਜ ਵੀ ਸਾਨੂੰ ਉੱਥੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਨੇ ਉਹ ਸੰਗਤਾਂ ਤੇ ਸੰਗਤਾਂ ਦੇ ਰੋਜ਼ ਮਿਲ ਬੈਠਣ ਦੇ ਲਈ ਅਸਥਾਨਾਂ ਨੂੰ ਕਿਵੇਂ ਕਾਇਮ ਕੀਤਾ ਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਤੋਂ ਪਿੱਛੋਂ ਗੁਰਮਤਿ ਪ੍ਰਚਾਰ ਦੇ ਕੰਮ ਨੂੰ ਹੋਰ ਵਧੀਆ ਢੰਗ ਨਾਲ ਚਲਾਉਣ ਲਈ 22 ਮੰਜੀਆਂ ਤੇ 52 ਪੀੜ੍ਹਿਆਂ ਦੀ ਸਥਾਪਨਾ ਕੀਤੀ ਗਈ। ਭਾਵੇਂ ਹਰ ਪੀੜ੍ਹੇ ਦਾ ਵੀ ਆਪਣਾ ਮੁਖੀ ਹੁੰਦਾ ਸੀ, ਪਰ ਪੀੜ੍ਹੇ ਨੂੰ ਮੰਜੀ ਤੋਂ ਦੂਸਰਾ ਸਥਾਨ ਪ੍ਰਾਪਤ ਸੀ। ਪ੍ਰਚਾਰਕ ਤੇ ਸਭ ਪ੍ਰਚਾਰਕ ਅਸੀਂ ਕਹਿ ਸਕਦੇ ਹਾਂ, ਸਭ ਕੇਂਦਰ ਤੇ ਕੇਂਦਰ, ਧਰਮ ਪ੍ਰਚਾਰ ਦੇ ਕੇਂਦਰ। ਇਹ ਸਾਰੇ ਇੱਕ ਤਰ੍ਹਾਂ ਦੇ ਨਾਲ ਗੁਰਮਤਿ ਪ੍ਰਚਾਰ ਦੇ ਕੇਂਦਰ ਹੁੰਦੇ ਸਨ। ਇਹਨਾਂ ਸਭ ਥਾਈਂ ਫਿਰ ਧਰਮਸ਼ਾਲਾ ਹੁੰਦੀਆਂ। ਭਾਈ ਗੁਰਦਾਸ ਜੀ ਦਾ ਜਿਹੜਾ ਕਥਨ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਿਸੋਆ, ਉਹ ਇਸੇ ਪ੍ਰਬੰਧ ਤੇ ਥਾਂ ਥਾਂ ਤੇ ਬਣੀਆਂ ਹੋਈਆਂ ਸੰਗਤਾਂ ਦਾ ਸੰਕੇਤ ਦਿੰਦਾ ਹੈ। ਸੰਨ 1588 ਈਸਵੀ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਜੀਵਨੀ ਲਿਖੀ ਭਾਈ ਸੇਵਾ ਦਾਸ ਨੇ, ਉਹਦੇ ਵਿੱਚ ਵੀ ਇਹ ਸਾਰੀਆਂ ਘਟਨਾਵਾਂ ਦਾ ਜ਼ਿਕਰ ਜਿਹੜਾ ਹੈ ਕੀਤਾ ਹੈ। ਸਤਿਗੁਰੂ ਸਾਹਿਬ ਜੀ ਨੇ ਆਪਣੀ ਰਿਹਾਇਸ਼ ਵਾਲੇ ਜਿਹੜੇ ਅਸਥਾਨ ਸਨ, ਜਿਹਨੂੰ ਅਸੀਂ ਹੈੱਡਕੁਆਟਰ ਕਹਿ ਲਈਏ ਇੰਗਲਿਸ਼ ਦੇ ਵਿੱਚ, ਅਜਿਹੀਆਂ ਸੰਗਤਾਂ ਦੇ ਧਰਮਸ਼ਾਲਾ ਦਾ ਸਥਾਪਿਤ ਹੋਣ ਤਾਂ ਜ਼ਰੂਰੀ ਗੱਲ ਸੀ ਕਿ ਇਹਨਾਂ ਦੇ ਅਸਥਾਨਾਂ ਦੇ ਵਿੱਚ ਕਰਤਾਰਪੁਰ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਦੇ ਨਾਮ ਜਿਹੜੇ ਆਉਂਦੇ ਨੇ, ਹੈੱਡਕੁਆਟਰ ਜਿਨ੍ਹਾਂ ਨੂੰ ਅਸੀਂ ਧਰਮ ਪ੍ਰਚਾਰ ਦੇ ਉਸ ਵੇਲੇ ਦੇ ਕਹਿ ਸਕਦੇ ਹਾਂ। ਇਸ ਤੋਂ ਪਿੱਛੋਂ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਦੀ ਨੀਂਹ ਰੱਖੀ, ਸਰੋਵਰ ਦੀ ਰਚਨਾ ਕੀਤੀ। ਗੁਰੂ ਅਰਜਨ ਦੇਵ ਮਹਾਰਾਜ ਨੇ ਦਰਬਾਰ ਸਾਹਿਬ ਦੇ ਤਰਨਤਾਰਨ ਤੇ ਕਰਤਾਰਪੁਰ ਜਲੰਧਰ ਦਾ ਜਿਹੜਾ ਅਸਥਾਨ ਸੀ ਉਹ ਬਣਵਾਇਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਅਤੇ ਕੀਰਤਪੁਰ ਦਾਗ ਦੀ ਨਗਰਾਂ ਨੂੰ ਵਸਾਇਆ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਨੰਦਪੁਰ ਸਾਹਿਬ, ਜਿਹਦਾ ਨਾਮ ਅੱਜ ਅਨੰਦਪੁਰ ਸਾਹਿਬ ਹੈ, ਇਹ ਧਰਮ ਪ੍ਰਚਾਰ ਦੇ ਕੇਂਦਰ ਜਿਹੜੇ ਸੀ ਕਾਇਮ ਕੀਤੇ। ਸਤਿਗੁਰੂ ਦੇ ਹੱਥਾਂ ਨਾਲ ਸਥਾਪਿਤ ਕੀਤੇ ਹੋਏ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਿੱਖਾਂ ਵੱਲੋਂ ਗੁਰੂ ਦੀਆਂ ਯਾਦਾਂ ਕਾਇਮ ਕੀਤੀਆਂ ਗਈਆਂ, ਜਿਵੇਂ ਕਿ ਨਨਕਾਣਾ ਸਾਹਿਬ, ਸੱਚਾ ਸੌਦਾ, ਪੰਜਾ ਸਾਹਿਬ, ਡੇਰਾ ਸਾਹਿਬ ਲਾਹੌਰ, ਸੀਸਗੰਜ ਸਾਹਿਬ ਦਿੱਲੀ,
रकाबगंज साहब दिल्ली, पटना साहब बिहार, हजूर साहब महाराष्ट्र ਤੇ ਉਸ ਤੋਂ ਪਿੱਛੋਂ ਵੀ ਸ਼ਹੀਦ ਸਿੰਘਾਂ ਦੇ ਸਿੰਘਣੀਆਂ ਦੀ ਯਾਦ ਵਿੱਚ ਕਿੰਨੇ ਹੀ ਸ਼ਹੀਦ ਗੰਜ ਹੋਰ ਕਾਇਮ ਹੋਏ। ਇਹਨਾਂ ਸਭ ਥਾਵਾਂ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੇ ਗੁਰਬਾਣੀ ਦੇ ਕੀਰਤਨ ਕਥਾ ਵਿਚਾਰ ਹੁੰਦੇ ਸਨ। ਇਸ ਕਰਕੇ ਇਹਨਾਂ ਨੂੰ ਗੁਰਦੁਆਰੇ ਦਾ ਨਾਮ ਜਿਹੜਾ ਉਹ ਦਿੱਤਾ ਗਿਆ। ਸਿੱਖ ਧਰਮ ਦੇ ਵਿੱਚ ਵਿਸ਼ਵਾਸ ਹੈ, ਸ਼ਬਦ ਗੁਰੂ ਹੈ, ਭਰੋਸਾ ਹੈ ਸਿੱਖ ਦਾ, ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਸਰੀਰਕ ਰੂਪ ਵਿੱਚ ਵੀ ਗੁਰੂ ਸਾਹਿਬਾਨ ਨੇ ਜਿਹੜੀ ਬਾਣੀ ਉਚਾਰਨ ਕੀਤੀ ਉਹਦੇ ਵਿੱਚ ਵੀ ਸ਼ਬਦ ਗੁਰੂ ਦੀ ਪ੍ਰਧਾਨਤਾ ਸੀ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਪਰ ਸ਼ਬਦੇ ਜਗ ਮੋਹਰਾਨਾ, ਉੱਥੇ ਵੀ ਸ਼ਬਦ ਦੀ ਗੱਲ ਕੀਤੀ ਸੀ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋਤੀ ਜੋਤ ਸਮਾਉਣ ਲੱਗਿਆ ਆਪਣੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਰੱਖੀ, ਤਾਂ ਇਹਦਾ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਸ ਗੁਰੂ ਦੀ ਸਦਾ ਹੀ ਕਾਇਮ ਰਹਿਣ ਵਾਲੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਰ ਸਥਾਨ ਦੇ ਉੱਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਹ ਪੂਰਨ ਸਤਿਕਾਰ ਦਾ ਥਾਂ ਬਣ ਜਾਂਦਾ ਹੈ। ਹਰ ਸਿੱਖ ਲਈ ਰੋਜ਼ਾਨਾ ਸਵੇਰੇ ਗੁਰੂ ਕੇ ਦਰਸ਼ਨ ਪਾਠ, ਜੋ ਰਹਿਤ ਮਰਿਆਦਾ ਵਿੱਚ ਵੀ ਗੱਲ ਲਿਖੀ ਹੋਈ ਹੈ, ਦਰਸ਼ਨ ਤੇ ਪਾਠ ਕਰਨ ਦੀ ਹਦਾਇਤ ਜਿਹੜੀ ਹੈ ਉਹ ਦਿੱਤੀ ਗਈ ਹੈ, ਤਦ ਕਿ ਸਿੱਖ ਦੇ ਅੰਦਰ ਗੁਰਦੁਆਰੇ ਦੀ ਇੰਪੋਰਟੈਂਸ, ਗੁਰਦੁਆਰੇ ਦੀ ਮਹੱਤਤਾ ਜਿਹੜੀ ਹੈ ਉਹ ਇਸੇ ਤਰ੍ਹਾਂ ਬਣੀ ਰਹੇ। ਗੁਰਦੁਆਰੇ ਸਿੱਖ ਦੇ ਨਿਤਾ ਪ੍ਰਤੀ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਉਂ ਕਹਿ ਸਕਦੇ ਹਾਂ ਕਿ ਇਹਨਾਂ ਗੁਰੂ ਘਰਾਂ ਤੋਂ ਬਿਨਾਂ ਜਾਂ ਗੁਰਦੁਆਰਿਆਂ ਤੋਂ ਬਿਨਾਂ ਸਿੱਖ ਦਾ ਜੀਵਨ ਕੁਝ ਖਾਲੀ ਖਾਲੀ ਜਿਹਾ ਹੈ ਜਾਂ ਅਧੂਰਾ ਅਧੂਰਾ ਜਿਹਾ ਰਹਿ ਜਾਂਦਾ ਹੈ। ਹਰ ਗੁਰਦੁਆਰੇ ਦੀ ਸਥਾਪਨਾ ਦੇ ਨਾਲ ਇੱਥੇ ਪੂਜਾ ਪਾਠ ਤੇ ਸਤ ਸੰਗਤਾਂ ਦੇ ਜੋੜ ਮੇਲਿਆਂ ਦੀ ਸੌਂਪੜਾ ਜਿਹੜੀ ਸੀ ਕਿਸੇ ਯੋਗ ਹਸਤੀ ਨੂੰ ਕੀਤੀ ਜਾਂਦੀ ਸੀ। ਜਿਵੇਂ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੇ ਨਾਲ ਹੀ ਸੇਵਾ ਸੰਭਾਲ ਦਾ ਕੰਮ 1604 ਈਸਵੀ ਵਿੱਚ ਬਾਬਾ ਬੁੱਢਾ ਜੀ ਨੂੰ ਮਿਲ ਗਿਆ ਸੀ। 16 ਨਵੰਬਰ 1631 ਤੱਕ ਉਹ ਬਾਬਾ ਬੁੱਢਾ ਜੀ ਸੇਵਾ ਨਿਭਾਉਂਦੇ ਰਹੇ। ਉਪਰੰਤ ਫਿਰ ਅਗਸਤ 1636 ਵਿੱਚ ਭਾਈ ਗੁਰਦਾਸ ਜੀ ਨੇ ਇਹ ਸੇਵਾ ਨਿਭਾਈ। 1636 ਤੱਕ ਫਿਰ ਭਾਈ ਗੁਰਦਾਸ ਜੀ ਨੇ ਵੀ ਇਹ ਸੇਵਾ ਨਿਭਾਈ। 24 ਅਗਸਤ 1936 ਤੱਕ ਭਾਈ ਗੁਰਦਾਸ ਜੀ ਨੇ ਇਹ ਸੇਵਾ ਕੀਤੀ ਹੈ। ਉਹਨਾਂ ਤੋਂ ਪਿੱਛੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੀਰਤਪੁਰ ਚਲੇ ਜਾਣ ਮਗਰੋਂ ਦਰਬਾਰ ਸਾਹਿਬ ਦਾ ਪ੍ਰਬੰਧ ਗੁਰੂ ਘਰ ਦੇ ਵਿਰੋਧੀਆਂ ਸੋਢੀ ਸਾਹਿਬਜ਼ਾਦਿਆਂ ਦੇ ਹੱਥਾਂ ਵਿੱਚ ਚਲੇ ਜਾਣ ਦੀ ਸੰਭਾਵਨਾ ਜੀ ਜਾਪਦੀ ਹੈ, ਜੋ ਇਤਿਹਾਸ ਮਿਲਦਾ ਹੈ। ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਤਾਂ ਅੰਦਰੋਂ ਦਰਵਾਜ਼ੇ ਬੰਦ ਕਰਕੇ ਵਾਪਸ ਮੁੜਨ ਤੇ ਮਜਬੂਰ ਕਰ ਦਿੱਤਾ ਸੀ, ਤੇ ਸਤਿਗੁਰੂ ਜੀ ਆਪ ਬਿਨਾਂ ਦਰਸ਼ਨ ਕੀਤੇ ਹੀ ਇੱਥੋਂ ਵੇਰਕੇ ਵੱਲ ਨੂੰ ਵਾਪਸ ਚਲੇ ਗਏ। ਸੰਨ 1699 ਵਿੱਚ ਹਜ਼ੂਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦੀ ਕਰਨਲ ਪੌਲ ਦੀ ਬਿੱਧ ਬਣਾਈ। ਖੰਡੇ ਬਾਟੇ ਦੀ ਜਿਹੜਾ ਅੰਮ੍ਰਿਤ ਸੀ ਤਿਆਰ ਕੀਤਾ ਤੇ ਗੁਰਸੰਗਤ ਕੀਨੀ ਖਾਲਸਾ, ਤਾਂ ਆਪ ਨੇ ਭਾਈ ਮਨੀ ਸਿੰਘ ਜੀ ਨੂੰ ਨਾਮ ਭਾਈ ਮਣੀਆਂ ਜੀ ਸੀ, ਉਸ ਸਮੇਂ ਭਾਈ ਗੁਰਬਾਣੀ ਦੇ ਮਹਾਨ ਕਥਾਕਾਰ ਤੇ ਵਿਦਵਾਨ ਸਨ, ਉਹਨਾਂ ਨੂੰ ਅੰਮ੍ਰਿਤ ਪਾਨ ਕਰਾ ਕੇ ਭਾਈ ਮਨੀ ਸਿੰਘ ਦਾ ਨਾਮ ਬਖਸ਼ਿਆ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਦੀ ਸੇਵਾ ਸੌਂਪਦੇ ਹੋਏ ਉਹਨਾਂ ਨੂੰ ਅੰਮ੍ਰਿਤਸਰ ਭੇਜਿਆ ਭਾਈ ਮਨੀ ਸਿੰਘ ਜੀ ਨੂੰ। ਉਹਨਾਂ ਦੇ ਨਾਲ ਭਾਈ ਭੂਪਤ ਸਿੰਘ ਤੇ ਹੋਰ 5 ਸਿੰਘ ਵੀ ਜਿਹੜੇ ਸੀ ਭੇਜੇ। ਭਾਈ ਮਨੀ ਸਿੰਘ ਜੀ ਨੇ ਲਗਭਗ 35 ਸਾਲ 35 years ਇਹ ਸੇਵਾ ਕੀਤੀ ਤੇ ਅਖੀਰ ਦੇ ਉੱਤੇ ਇਹ ਸੇਵਾ ਨਿਭਾਉਂਦਿਆਂ ਹੋਇਆ ਹੀ 24 ਜੂਨ ਸੰਨ 1734 ਨੂੰ ਆਪਣੀ ਉਮਰ ਦੇ 90ਵੇਂ ਸਾਲ ਨਾਲ ਜਿਹੜਾ ਸੀ ਬੰਦ ਕੱਟ ਕੇ ਸ਼ਹੀਦ ਕੀਤੇ ਗਏ। ਇਸ ਸਮੇਂ ਅੰਦਰ ਜਦੋਂ ਵੀ ਸਿੱਖਾਂ ਅੰਦਰ ਕਿਸੇ ਗੱਲ ਤੇ ਆਪੋ ਵਿੱਚ ਕੋਈ ਵਿਰੋਧ ਹੋਇਆ ਤਾਂ ਉਹਨਾਂ ਨੂੰ ਵੀ ਭਾਈ ਮਨੀ ਸਿੰਘ ਜੀ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਨਿਭਾਇਆ ਔਰ ਦਰਬਾਰ ਸਾਹਿਬ ਤੇ ਪੂਰਾ ਭਰੋਸਾ ਤੇ ਵਿਸ਼ਵਾਸ ਰੱਖ ਕੇ ਇਹ ਸਾਰਿਆਂ ਨੇ ਗੱਲ ਜਿਹੜੀ ਸੀ ਮੰਨਦੇ ਸਨ। ਜਿਵੇਂ ਤਤ ਖਾਲਸੇ ਦੇ ਬਦਈਆਂ ਦੇ ਵਿੱਚ ਬਦਈ ਖਾਲਸਾ ਦੇ ਵਿੱਚ ਹੋਏ ਝਗੜਾ ਹੋਇਆ ਤਾਂ ਇੱਥੇ ਜਿਹੜਾ ਵੀ ਆਖਰੀ ਫੈਸਲਾ ਕੀਤਾ ਗਿਆ ਉਹਨਾਂ ਨੇ ਪ੍ਰਵਾਨ ਕਰ ਲਗਭਗ 50 ਸਾਲ ਦਾ ਸਮਾਂ ਉਹ ਹੈ ਜਦੋਂ ਵਕਤ ਦੀ ਵੇਲੇ ਦੀ ਹਕੂਮਤ
ਬਾਰ-ਬਾਰ ਹੁਕਮ ਜਾਰੀ ਕਰਦੀ ਰਹੀ ਕਿ ਸਿੱਖ ਜਿੱਥੇ ਵੀ ਮਿਲ ਜਾਣ ਉਹਨਾਂ ਨੂੰ ਕਤਲ ਕਰ ਦਿੱਤਾ ਜਾਏ। ਇੱਥੋਂ ਤੱਕ ਗੱਲ ਹੋ ਗਈ ਵੀ ਸਿੱਖ ਦਾ ਸਿਰ ਵੱਢ ਕੇ ਪੇਸ਼ ਕਰਨ ਵਾਲੇ ਨੂੰ ਇਨਾਮ ਮਿਲੇਗਾ। ਅਜਿਹੇ ਹਾਲਾਤਾਂ ਵਿੱਚ ਸਿੱਖ ਜੰਗਲ ਬੀਆਬਾਨਾਂ ਵਿੱਚ ਚਲੇ ਗਏ, ਬੀਕਾਨੇਰ ਦੇ ਮਾਰੂਥਲਾਂ ਵੱਲ ਚਲੇ ਗਏ। ਇੱਕੜ ਦੁੱਕੜ ਸਿੱਖ ਹੀ ਗੁਰਦੁਆਰਿਆਂ ਦੇ ਇਹ ਸੇਵਾ ਸੰਭਾਲ ਵਿੱਚ ਰਹਿ ਗਏ ਤੇ ਉਹ ਵੀ ਜਿਹੜੇ ਸੀ ਗੁਰਦੁਆਰੇ ਦੀ ਜਿਹੜੀ ਜਦੋਂ ਕੋਈ ਬੇਦਬੀ ਹੁੰਦੀ ਲੁਕੇ ਛੁਪੇ ਰੂਪ ਵਿੱਚ ਆ ਕੇ ਸਿੱਖ ਜਿਹੜੇ ਸੀ ਉਹਨਾਂ ਦਾ ਸੌਦਾ ਵੀ ਲਾਉਂਦੇ ਨੇ ਤੇ ਮੁੜ ਆਪਣਾ ਕੰਮ ਕਰਕੇ ਜੰਗਲਾਂ 'ਚ ਚਲੇ ਜਾਂਦੇ। ਜਿਵੇਂ ਕਿ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਬੇਦਬੀ ਨਾ ਸਹਾਰਦੇ ਹੋਏ ਭਾਈ ਮਹਿਤਾਬ ਸਿੰਘ ਮੀਰਾ ਕੋਟੀਆਂ ਤੇ ਭਾਈ ਸੁੱਖਾ ਸਿੰਘ ਜੀ ਕੰਬੋਕੀ ਨੇ ਬੀਕਾਨੇਰੋਂ ਚੱਲ ਕੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਜਾਣਾ ਇਹ ਕੋਈ ਛੋਟੀ ਗੱਲ ਨਹੀਂ ਸੀ। ਇੱਥੇ ਮੈਂ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ। ਕਿਸੇ ਨੇ ਵੇਖਿਆ ਨਹੀਂ ਸੀ, ਕਿਸੇ ਨੇ ਜਾ ਕੇ ਗੱਲ ਸੁਨੇਹਾ ਪਹੁੰਚਾਇਆ, ਸਿੱਖਾ ਤੂੰ ਜਿਉਂਦਾ ਹੈ, ਤੇਰੇ ਗੁਰੂ ਦੇ ਸਥਾਨ ਤੇ ਜਦੇ ਕਿਤੇ ਕੀਰਤਨ ਦੀਆਂ ਧੁਨਾਂ ਚੱਲਦੀਆਂ ਸਨ, ਉੱਥੇ ਅੱਜ ਮੱਸੇ ਦਾ ਹੁੱਕਾ ਪਿਆ ਚੱਲਦਾ। ਸਿੱਖਾ ਤੂੰ ਜਿਉਂਦਾ ਹੈ, ਜਿੱਥੇ ਕਿਤੇ ਨਾਮ ਬਾਣੀ ਦੀ ਵਰਖਾ ਹੁੰਦੀ ਸੀ, ਅੱਜ ਵੇਸਵਾ ਦਾ ਨਾਚ ਪਿਆ ਹੁੰਦਾ ਹੈ। ਜਿੱਥੇ ਕਿਤੇ ਨਾਮ ਬਾਣੀ ਦਾ ਅੰਮ੍ਰਿਤ ਵਰਸਦਾ ਸੀ, ਉੱਥੇ ਅੱਜ ਸ਼ਰਾਬ ਦੇ ਦੌਰ ਚੱਲ ਰਹੇ ਹਨ। ਸੁਣਨ ਵਾਲਾ ਕੋਈ, ਸੁਣਾਉਣ ਵਾਲਾ ਕੋਈ, ਸਾਡੇ ਵਰਗੇ ਕਠੋਰ ਚਿੱਤ ਹੁੰਦੇ ਤਾਂ ਨਾ ਆਉਂਦੇ, ਪਰ ਗੁਰੂ ਪ੍ਰਤੀ ਪਿਆਰ, ਗੁਰੂ ਪ੍ਰਤੀ ਸ਼ਰਧਾ, ਗੁਰੂ ਪ੍ਰਤੀ ਸਤਿਕਾਰ ਦੇ ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ ਜੀ ਨੂੰ ਬੀਕਾਨੇਰੋਂ ਚੱਲ ਕੇ ਔਰ ਉਸ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਜਾ ਕੇ ਇਹ ਗੱਲ ਸਾਬਤ ਕਰ ਦਿੱਤੀ ਕਿ ਸਿੱਖ ਆਪਣੇ ਗੁਰਧਾਮਾਂ ਦੀ, ਆਪਣੇ ਗੁਰੂ ਦੀ ਨਰਾਦਰੀ ਕਦੇ ਵੀ ਬਰਦਾਸ਼ਤ ਨਹੀਂ ਕਰਦਾ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਚਲਾ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ਵੀ ਇਹ ਕੁਝ ਵਾਪਰਿਆ ਜਿਹਦਾ ਜ਼ਿਕਰ ਹੁਣ ਕਲਾਸ ਤੋਂ ਪਹਿਲਾਂ ਹੀ 2 ਮਿੰਟ ਕੀਤਾ ਜਾ ਰਿਹਾ ਸੀ। ਤੋ ਇਹ ਇੱਕ ਐਸਾ ਸਮਾਂ ਸੀ ਵੀ ਜਦੋਂ ਸਿੱਖ ਆਪ ਗੁਰਦੁਆਰਿਆਂ ਦੀ ਸੇਵਾ ਸੰਭਾਲ ਨਹੀਂ ਸੀ ਕਰ ਸਕਦੇ ਤਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਜੋ ਥੋੜੀ ਬਹੁਤ ਹੁੰਦੀ ਉਹ ਉਦਾਸੀ ਸੰਪਰਦਾਵਾਂ, ਸਾਧੂਆਂ, ਕਿਧਰੇ ਕਿਧਰੇ ਨਿਰਮੇਲੇ ਸੰਤਾਂ ਨੇ ਸੰਭਾਲ ਲਈ। ਇਹਨਾਂ ਦੋਹਾਂ ਸੰਪਰਦਾਵਾਂ ਦੇ ਜਿਹੜੇ ਅਨੁਯਾਈ ਸਨ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਤਿਕਾਰ ਤਾਂ ਕਰਦੇ ਸਨ, ਪਰ ਸਤਿਕਾਰ ਸਿਰਫ ਗੁਰਦੁਆਰਿਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਥੋੜੀ ਬਹੁਤੀ ਪੂਜਾ ਪਾਠ ਦੀ ਮਰਿਆਦਾ ਵੀ ਇਹਨਾਂ ਦੇ ਕਰਕੇ ਕਾਇਮ ਰਹੀ। ਪਰ ਗੁਰਦੁਆਰੇ ਦੀ ਸੰਭਾਲ ਦਾ ਸਿਲਸਿਲਾ ਲਗਭਗ 200 ਸਾਲ ਜਾਰੀ ਰਹਿੰਦਾ ਹੈ। ਇਤਿਹਾਸ ਨੂੰ ਅਸੀਂ 3 ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਪਹਿਲਾ 50 ਸਾਲ ਦਾ ਉਹ ਸਮਾਂ ਹੈ ਜਦੋਂ ਮੁਗਲ ਹਕੂਮਤ ਜਿਹੜੀ ਸੀ 1716 ਬੰਦਾ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਲਗਭਗ 50 ਸਾਲ ਦਾ 55 ਸਾਲ ਦਾ ਸਮਾਂ ਇਹੋ ਜਿਹਾ ਹੈ ਜਦੋਂ ਮੁਗਲ ਹਕੂਮਤ ਸਿੱਖਾਂ ਦੇ ਪਿੱਛੇ ਹੱਥ ਧੋ ਕੇ ਪਈ ਸੀ। ਅਹਿਮਦ ਸ਼ਾਹ ਅਬਦਾਲੀ ਜੋ ਭਾਵੇਂ ਮੁਗਲਾਂ ਦਾ ਸਫਾਇਆ ਵੀ ਕਰ ਰਿਹਾ ਸੀ, ਉਹਨੇ ਵੀ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੇ ਲਈ ਆਪਣਾ ਹਰ ਯਤਨ ਵਸੀਲਾ ਕੀਤਾ। ਅਬਦਾਲੀ ਨੂੰ ਇਹ ਗੱਲ ਦੱਸੀ ਗਈ ਸੀ ਕਿ ਸਿੱਖਾਂ ਦੀ ਜ਼ਿੰਦਗੀ ਤੇ ਇਹਨਾਂ ਦੀ ਬਹਾਦਰੀ ਦਾ ਰਾਜ ਕੇਵਲ ਗੁਰਦੁਆਰਾ ਤੇ ਖਾਸ ਕਰਕੇ ਦਰਬਾਰ ਸਾਹਿਬ ਤੇ ਇਹ ਅੰਮ੍ਰਿਤ ਸਰੋਵਰ ਹਨ। ਇਹ ਅਬਦਾਲੀ ਨੂੰ ਇਹ ਗੱਲ ਕਿਸੇ ਨੇ ਸਮਝਾਈ ਸੀ। ਕਹਿੰਦਾ ਇੱਕ ਅਜਿਹਾ ਆਬੇ ਹਯਾਤ ਹੈ, ਉਹਨੂੰ ਜਿਹੜੀ ਗੱਲ ਸਮਝਾਈ ਕਿ ਅਤ ਜ਼ਖਮੀ ਹੋਇਆ ਤੇ ਮਰ ਰਿਹਾ ਸਿੱਖ ਵੀ ਤੇ ਦਰਸ਼ਨ ਤੇ ਫਿਰ ਇਸ਼ਨਾਨ ਕਰਕੇ ਚੰਗਾ ਜੰਗਬਾਜ਼ ਨਾਲ ਫਿਰ ਲੜਨ ਨੂੰ ਲੋਹਾ ਲੈ ਲਈ ਤਿਆਰ ਹੋ ਜਾਂਦਾ। ਇਹ ਗੱਲ ਸੁਣਦਿਆਂ ਹੀ ਅਬਦਾਲੀ ਨੇ ਹਰਮੰਦਰ ਢਾਹ ਦੇਣ ਦਾ ਤੇ ਸਰੋਵਰ ਦੇ ਪੂਰ ਦੇਣ ਦੇ ਹੁਕਮ ਵੀ ਜਾਰੀ ਕੀਤੇ। ਜਦੋਂ ਉਹਨੂੰ ਇਹ ਗੱਲ ਨਿਸ਼ਚੈ ਹੋਈ ਵੀ ਇਹਨਾਂ ਦਾ ਇੰਨਾ ਵਿਸ਼ਵਾਸ, ਇੰਨਾ ਭਰੋਸਾ ਹੈ, ਤਾਂ ਉਹਨੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਵੀ ਢਾਹ ਦਿੰਦਾ ਔਰ ਸਰੋਵਰ ਨੂੰ ਪੂਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਤੇ ਢਹਿ ਢੇਰੀ ਕਰ ਵੀ ਦਿੱਤਾ। ਇਹ ਨਿਰਾ ਉਸ ਸਮੇਂ ਦੀ ਹਕੂਮਤ ਤੇ ਬਾਹਰ ਤੋਂ ਹਮਲਾਵਾਰਾਂ ਦਾ ਨਿਸ਼ਚਾ ਨਹੀਂ ਸੀ ਕਿ ਸਿੱਖਾਂ ਦੇ ਗੁਰਦੁਆਰੇ ਦੇ ਸਰੋਵਰ ਜਾਂ ਸ਼ਕਤੀ ਦੇ ਸੋਮੇ ਹਨ, ਬਲਕਿ ਜਿਵੇਂ ਅਸੀਂ ਇਹ ਇਤਿਹਾਸ ਇਸ ਲਹਿਰ ਨੂੰ ਅੱਗੇ ਚੱਲ ਕੇ ਦੇਖਾਂਗੇ ਤਾਂ ਇਹ ਨਿਸ਼ਚਾ ਮੁਗਲਾਂ ਤੋਂ ਪਿੱਛੋਂ ਸਾਰੇ ਹੁਕਮਰਾਨਾਂ ਦਾ ਰਿਹਾ। ਸਾਰੇ ਜਿੰਨੇ ਵੀ ਹੁਕਮਰਾਨ ਆਏ ਭਾਰਤ ਦੇ ਉੱਤੇ, ਸਾਰੀਆਂ ਹਕੂਮਤਾਂ ਦਾ ਨਿਸ਼ਚਾ ਬਣਿਆ ਰਿਹਾ। ਅੱਜ ਵੀ ਇਹ ਨਿਸ਼ਚਾ ਹੈ। ਇਸੇ ਵਾਸਤੇ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਉਹ ਮਰਿਆਦਾਵਾਂ ਵਾੜੀਆਂ ਜਾ ਰਹੀਆਂ ਹਨ ਕਿ ਸਿੱਖਾਂ ਦੇ ਆਪਣੇ ਮੂਲ
ਕੇਂਦਰ ਤੋਂ ਇਹਨਾਂ ਨੂੰ ਤੋੜਿਆ ਜਾ ਸਕੇ। ਅੱਜ ਦੀਆਂ ਸਰਕਾਰਾਂ ਦਾ ਵੀ ਇਹੀ ਨਿਸ਼ਚਾ ਹੈ। ਪਰ ਇੱਥੇ ਸਿਰਫ ਅਸੀਂ ਇੰਨੀ ਗੱਲ ਹੀ ਕਰਾਂਗੇ ਕਿ ਇਹ 50-55 ਸਾਲ ਦੇ ਵਿੱਚ ਸਿੱਖਾਂ ਦਾ ਗੁਰਦੁਆਰਿਆਂ ਨਾਲ ਸੰਬੰਧ ਕੇਵਲ ਇੰਨਾ ਕੀ ਰਿਹਾ ਕਿ ਹਨੇਰੇ ਆਉਂਦੇ ਜਾਂ ਚੋਰੀ ਛਿਪੇ ਆਉਂਦੇ, ਆ ਕੇ ਦਰਸ਼ਨ ਇਸ਼ਟ ਕਰਦੇ, ਪੂਜਾ ਪਾਠ ਬਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਸੀ, ਉੱਥੇ ਕੀ ਹੋ ਰਿਹਾ ਹੈ, ਕਿਸ ਤਰ੍ਹਾਂ ਅੰਦਰ ਚੱਲ ਰਿਹਾ ਹੈ, ਕਿਉਂਕਿ ਹਕੂਮਤ ਨੇ ਸਿਰਾਂ ਦੇ ਮੁੱਲ ਰੱਖੇ ਹੋਏ ਸਨ। ਜੇਕਰ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਕਾਲ ਤਖਤ ਸਾਹਿਬ ਕਿਸੇ ਗੈਰ ਸਿੱਖ ਪਾਸ, ਤੇ ਇਹ ਵੀ ਇੱਕ ਵਿਚਾਰ ਬਣਿਆ ਉਸ ਵੇਲੇ ਹਕੂਮਤ ਨੇ ਇੱਕ ਵਿਚਾਰ ਬਣਾ ਲਿਆ ਕਿ ਇਹ ਜੇ ਇਹ ਚੀਜ਼ ਜਿਹੜੇ ਦੋ ਚੀਜ਼ਾਂ, ਦੋ ਕੇਂਦਰ ਹਨ ਸਿੱਖਾਂ ਦੇ, ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਕਾਲ ਤਖਤ, ਕਿਸੇ ਗੈਰ ਸਿੱਖ ਪਾਸ ਵੇਚ ਦਿੱਤੇ ਜਾਣ ਜਾਂ ਗਿਰਵੀ ਰੱਖ ਦਿੱਤੇ ਜਾਣ, ਗਹਿਣੇ ਰੱਖ ਦਿੱਤੇ ਜਾਣ, ਤੇ ਇਸ ਮਾਲਕੀ ਦੀ ਕਾਨੂੰਨ ਦੀ ਆੜ ਹੇਠ ਜਿਹੜਾ ਇੱਕ ਮਾਲਕੀ ਹਕੂਕੀ ਦਾ ਕਾਨੂੰਨ ਬਣਿਆ ਹੋਇਆ ਸੀ, ਉਹਦੀ ਆੜ ਹੇਠ ਸਿੱਖਾਂ ਨੂੰ ਇਹਨਾਂ ਸਥਾਨਾਂ ਤੋਂ ਪਾਸੇ ਕਰ ਦਿੱਤਾ ਜਾਵੇ। ਇਹ ਖਬਰ ਹੌਲੀ ਬਾਹਰ ਨਿਕਲ ਗਈ। ਸਮੇਂ ਦਾ ਜਿਹੜਾ ਸਰਬਰਾਹ ਉਸ ਵੇਲੇ ਸਰਦਾਰ ਮੰਗਲ ਸਿੰਘ ਸੀ, ਉਹਨੇ ਵੀ ਇਹ ਗੱਲ ਸੁਣੀ। ਭਾਵੇਂ ਉਹ ਸਰਕਾਰ ਦਾ ਪਿੱਠੂ ਸੀ, ਪਰ ਇਹ ਜਿਹੀ ਖਬਰ ਦੇ ਪ੍ਰਭਾਵ ਤੇ ਸਿੱਖੀ ਜਜ਼ਬੇ ਦੇ ਉਸ ਹਲੂਣੇ ਨੇ ਇਹ ਗੱਲ ਕੁਝ ਪ੍ਰਤੀਨਿਧ ਜਿਹੜੇ ਜਾਂ ਪ੍ਰਤਿਸ਼ਠਿਤ ਵਿਅਕਤੀ ਸਨ ਜਾਂ ਜਿਹੜੇ ਆਗੂ ਸਨ, ਉਹਨਾਂ ਤੱਕ ਇਹ ਗੱਲ ਪਹੁੰਚਾ ਦਿੱਤੀ। ਇਹਦੀ ਤਸੱਲੀ ਲਈ ਸਿੰਘ ਇਕੱਠੇ ਹੋ ਕੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੂੰ ਮਿਲੇ। ਉਸਨੇ ਸਪਸ਼ਟ ਤਾਂ ਕੁਝ ਨਾ ਦੱਸਿਆ, ਪਰ ਉਸ ਵੱਲੋਂ ਇਹ ਸੁਝਾਅ ਕਿ ਤੁਸੀਂ ਇਸ ਬਾਰੇ ਵਾਇਸਰਾਏ ਸਾਹਿਬ ਤੋਂ ਪੁੱਛ ਸਕਦੇ ਹੋ, ਤਾਂ ਸਿੱਖਾਂ ਦਾ ਸ਼ੱਕ ਜਿਹੜਾ ਸੀ ਹੋਰ ਵੱਧ ਗਿਆ। ਉਹਨਾਂ ਦਿਨਾਂ ਦੇ ਵਿੱਚ ਹੀ ਵਾਇਸਰਾਏ ਦਾ ਮਕਾਮ ਕਿਲ੍ਹਾ ਗੋਬਿੰਦਗੜ੍ਹ ਅੰਮ੍ਰਿਤਸਰ ਵਿੱਚ ਸੀ। ਇਹਨਾਂ ਨੇ ਇੱਕ ਡੈਪੂਟੇਸ਼ਨ ਦੇ ਰੂਪ ਵਿੱਚ ਵਾਇਸਰਾਏ ਨੂੰ ਮਿਲਣ ਦੀ ਆਗਿਆ ਮੰਗੀ, ਆਗਿਆ ਮਿਲ ਗਈ। ਮੁਲਾਕਾਤ ਦੇ ਸਮੇਂ ਜਦੋਂ ਵਾਇਸਰਾਏ ਦੇ ਇਹੋ ਜਿਹੇ ਵਿਚਾਰ ਸੁਣੇ ਕਿ ਸਿੱਖਾਂ ਪਾਸੋਂ ਪੰਜਾਬ ਦਾ ਰਾਜ ਸੰਭਾਲ ਲੈਣ ਪਿੱਛੋਂ ਅੰਗਰੇਜ਼ ਸਰਕਾਰ ਆਪਣੇ ਆਪ ਨੂੰ ਸਿੱਖਾਂ ਦੇ ਹਰ ਸਾਂਝੇ ਸਥਾਨ ਦਾ ਮਾਲਕ ਸਮਝਦੀ ਹੈ, ਤਾਂ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਜਿਹੜੀ ਹੋਣੀ ਸੁਭਾਵਿਕ ਸੀ। ਉੱਥੋਂ ਮੁੜ ਕੇ ਗੁਰਦੁਆਰਾ ਲੋਹਗੜ੍ਹ ਦੇ ਅੰਦਰ ਮੀਟਿੰਗ ਕੀਤੀ ਗਈ। ਉਸ ਵੇਲੇ ਅੰਗਰੇਜ਼ ਹਕੂਮਤ ਦੇ ਮੁਕਾਬਲੇ ਲਈ ਆਪਣੇ ਆਪ ਨੂੰ ਅਸਮਰਥ ਜਾਣ ਇਹਨਾਂ ਨੇ ਗੁਰੂ ਦੀ ਓਟ ਢੱਕਣ ਦਾ ਫੈਸਲਾ ਕੀਤਾ ਤੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਪਾਠ ਜਿਹੜਾ ਸੀ ਆਰੰਭ ਕੀਤਾ, ਤਦ ਕਿ ਸਤਿਗੁਰੂ ਦੀ ਸਹਾਇਤਾ ਲਈ ਅਰਦਾਸਾਂ ਸੋਧਿਆ ਜਾਵੇ। ਅਗਲੇ ਸਵੇਰੇ ਹੀ ਸਾਰੇ ਸੱਜਣ ਦਰਬਾਰ ਸਾਹਿਬ ਹਰਮੰਦਰ ਸਾਹਿਬ ਪਹੁੰਚੇ। ਗੋਬਿੰਦਗੜ੍ਹ ਕਿਲੇ ਤੋਂ ਆਉਣ ਦੇ ਨਾਲ ਹੀ ਇੱਕ ਸਰਕਾਰੀ ਜ਼ਿੰਮੇਵਾਰ ਜਸੂਸ ਵੀ ਇਹਨਾਂ ਦੇ ਪਿੱਛੇ ਆ ਲੱਗਾ, ਉਹ ਵੀ ਸਵੇਰੇ ਦਰਬਾਰ ਸਾਹਿਬ ਪੁੱਜ ਗਿਆ। ਇਤਿਹਾਸ ਵਿੱਚ ਇੱਕ ਬੜਾ ਅਚਰਜਨਕ ਘਟਨਾ ਵਾਪਰਦੀ ਹੈ ਕਿ ਪ੍ਰੋਗਰਾਮ ਅਨੁਸਾਰ ਸਵੇਰੇ 4 ਵਜੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਹੁੰਦਾ। ਦਰਸ਼ੀ ਡਿਓੜੀ ਵਿੱਚ ਲੱਗੇ ਇੱਕ ਸੁਨਹਿਰੀ ਪੱਤਰੇ ਤੋਂ ਅੱਜ ਵੀ ਕੋਈ ਉਕਰਿਆ ਹੋਇਆ ਕੋਈ ਵਾਰਤਾ ਉੱਥੇ ਲਿਖੀ ਹੋਈ ਹੈ, ਮੈਂ ਉਹ ਆਪ ਜੀ ਦਾ ਜ਼ਿਕਰ ਕਰਨੀ ਚਾਹੁੰਦਾ। ਦਰਬਾਰ ਸਾਹਿਬ ਦੇ ਵਿੱਚ ਦਰਸ਼ੀ ਡਿਓੜੀ ਦੇ ਵਿੱਚ ਲੱਗੇ ਇੱਕ ਸੁਨਹਿਰੀ ਪੱਤਰੇ ਤੇ ਅੱਜ ਵੀ ਇਹ ਵਾਰਤਾ ਲਿਖੀ ਹੋਈ ਹੈ ਕਿ ਸ੍ਰੀ ਦਰਬਾਰ ਹਰਮੰਦਰ ਸਾਹਿਬ ਜੀ ਵਿੱਚ 30 ਅਪ੍ਰੈਲ 1877 ਨੂੰ ਸਵੇਰੇ 4:30 ਵਜੇ ਇੱਕ ਅਜਬ ਖੇਲ ਵਰਤਿਆ। ਕੋਈ 400 ਪ੍ਰੇਮੀ ਸ੍ਰੀ ਦਰਬਾਰ ਸਾਹਿਬ ਜੀ ਵਿੱਚ ਕੀਰਤਨ ਦਾ ਆਨੰਦ ਲੈ ਰਹੇ ਸਨ, ਜਦ ਕਿ ਅਚਨਚੇਤ ਹੀ ਕਿ ਬਿਜਲੀ ਦੀ ਲਿਸ਼ਕ ਦਿਸੀ। ਇੱਕ ਵੱਡੀ ਰੋਸ਼ਨੀ ਦੀ ਸ਼ਕਲ ਵਿੱਚ ਪਹਾੜ ਦੀ ਬਾਹੀ ਦੇ ਦਰਵਾਜ਼ੇ ਵਿੱਚੋਂ ਆਈ। ਪਹਾੜ ਮਤਲਬ ਨਾਰਥ ਨੂੰ ਕਹਿੰਦੇ ਨੇ, ਉਸ ਪਾਸੇ ਨਾਰਥ ਸਾਈਡ ਤੋਂ ਠੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੋਲਾ ਜਿਹਾ ਬਣ ਕੇ ਫਟੀ ਤੇ ਚਾਨਣ ਹੀ ਚਾਨਣ ਕਰਕੇ ਸਾਊਥ ਦੇ ਦਰਵਾਜ਼ੇ, ਦੱਖਣੀ ਦਰਵਾਜ਼ੇ ਥਾਣੀ ਇਹ ਰੋਸ਼ਨੀ ਦੀ ਰੋਸ਼ਨੀ ਨਿਕਲ ਗਈ। ਭਾਵੇਂ ਇਸ ਦੇ ਫਟਣ ਸਮੇਂ ਬੜੀ ਭਿਆਨਕ ਤੇ ਜ਼ੋਰਦਾਰ ਆਵਾਜ਼ ਵੀ ਆਈ, ਪਰ ਅੰਦਰ ਬੈਠੇ ਕਿਸੇ ਪ੍ਰੇਮੀ ਦੀ ਇਮਾਰਤ ਜਾਂ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਜਿਹੜਾ ਹੈ ਉਹ ਨਹੀਂ ਪਹੁੰਚਿਆ। ਇਹ ਲੌਕਿਕ ਖੇਡ ਹੈ। ਕਿਹਾ ਜਾਂਦਾ ਹੈ ਕਿ ਇਹ ਗੁਰੂ ਦੀ ਕਲਾ ਵਰਤਦੀ ਹੈ। ਭਾਵ ਇੱਥੇ ਜਿਹੜਾ ਪੱਤਰਾ ਹੁਣ ਲੱਗਾ ਹੋਇਆ ਦਰਸ਼ਨੀ ਡਿਓੜੀ ਦੇ, ਉਹਦੀ ਇੱਕ ਪੱਤਰਾ ਹੋਰ ਲੱਗਾ ਹੋਇਆ ਸੀ ਪਹਿਲਾਂ, ਜਿਸ ਦੇ ਵਿੱਚ ਸਾਰਾ ਵਾਕਿਆ ਅੰਗਰੇਜ਼ੀ ਅੱਖਰਾਂ ਵਿੱਚ ਵੀ ਲਿਖਿਆ ਹੋਇਆ ਸੀ ਅਤੇ ਅਖੀਰ ਵਿੱਚ ਗੁਰੂ ਰਾਮਦਾਸ ਜੀ ਦੀ ਵਡਿਆਈ ਦੇ ਕੋਈ ਸ਼ਬਦ ਲਿਖਣ ਮਗਰੋਂ ਮਲਕਾ ਵਿਕਟੋਰੀਆ ਦੇ ਰਾਜ ਦੇ ਉੱਭਰਦੇ ਸੂਰਜ ਨਾਲ ਜੋੜਿਆ ਗਿਆ ਸੀ। ਤਾਂ ਇੱਥੇ ਉਹ ਮਿਲਾਵਟ ਦਾ ਜਿਹੜਾ ਕੰਮ ਸੀ ਉਦੋਂ ਵੀ ਜਿਹੜਾ ਹੈ ਚੱਲਦਾ ਗਿਆ। ਤਾਂ 1962 ਦੇ ਵਿੱਚ ਜਦੋਂ ਇਹ ਸ਼੍ਰੋਮਣੀ ਕਮੇਟੀ ਨੇ ਗੱਲ ਪੜ੍ਹੀ ਤਾਂ ਸਕੱਤਰ ਨੇ ਇਹਨੂੰ ਤੋਸ਼ੇਖਾਨੇ ਦੇ ਅੰਦਰ ਰੱਖਣ ਲਈ ਕਹਿ ਦਿੱਤਾ।
ਉਹ ਪੱਤਰਾ ਜਿਹੜਾ ਸੀ ਉੱਥੋਂ ਉਤਾਰ ਦਿੱਤਾ ਗਿਆ 1962 ਦੇ ਵਿੱਚ। ਜੋ ਇਤਿਹਾਸਿਕ ਸਰੋਤ ਮਿਲਦੇ ਹਨ, ਮੈਂ ਸਿਰਫ ਉਹਨਾਂ ਵਾਲੇ ਆਪ ਜੀ ਨੂੰ ਜ਼ਿਕਰ ਕਰ ਰਿਹਾ ਹਾਂ, ਜਿਹੜੇ ਦਰਬਾਰ ਸਾਹਿਬ ਦਾ 50 ਸਾਲਾ ਇਤਿਹਾਸ ਦੇ ਵਿੱਚ ਵੀ ਇਹਦਾ ਜ਼ਿਕਰ ਜਿਹੜਾ ਆਉਂਦਾ ਹੈ। ਫਿਰ ਇਹ ਵੀ ਗੱਲ ਕਹੀ ਜਾਂਦੀ ਹੈ ਵੀ ਅੰਗਰੇਜ਼ ਸਰਕਾਰ ਦੀ ਜਿਹੜੀ ਨੀਤੀ ਸੀ, ਉਹ ਇੱਕ ਹੋਰ ਸਬੂਤ ਉਸ ਵੇਲੇ ਦੇ ਲੈਫਟੀਨੈਂਟ ਜਨਰਲ ਆਰ ਐਜ਼ਰਟਨ ਦੀ ਉਹ ਚਿੱਠੀ ਹੈ, ਜਿਹਨੇ ਭਾਰਤ ਦੇ ਵਾਇਸਰਾਏ ਨੂੰ 8 ਅਗਸਤ 1881 ਨੂੰ ਲਿਖ ਕੇ ਇੱਕ ਸੁਝਾਅ ਦਿੱਤਾ ਸੀ ਕਿ ਗੁਰਦੁਆਰਿਆਂ ਦੇ ਸੰਬੰਧ ਵਿੱਚ ਅੰਗਰੇਜ਼ ਵੱਲੋਂ ਚਾਲੂ ਕੀਤੀ ਪਾਲਿਸੀ ਵਿੱਚ ਕੋਈ ਤਬਦੀਲੀ ਨਾ ਲਿਆਂਦੀ ਜਾਏ। ਉਹ ਚਿੱਠੀ ਦੇ ਸ਼ਬਦ ਜਿਹੜੇ ਹਨ ਉਹ ਬਿਲਕੁਲ ਮੈਂ ਉਸੇ ਤਰ੍ਹਾਂ ਆਪ ਜੀ ਨੂੰ ਪੜ੍ਹ ਕੇ ਸੁਣਾ ਦਿੰਦਾ, ਜਿਹਦੀ ਪੰਜਾਬੀ ਹੈ। ਤੇ ਮੇਰੇ ਖਿਆਲ ਵਿੱਚ ਇਹ ਗੱਲ ਰਾਜਨੀਤਿਕ ਤੌਰ ਤੇ ਖਤਰਨਾਕ ਹੋਵੇਗੀ ਕਿ ਸਿੱਖ ਧਰਮ ਸਥਾਨਾਂ ਦਾ ਪ੍ਰਬੰਧ ਕਿਸੇ ਐਸੀ ਕਮੇਟੀ ਦੇ ਹੱਥ ਵਿੱਚ ਚਲਾ ਜਾਵੇ ਜਿਸ ਉੱਪਰ ਸਰਕਾਰ ਦਾ ਕੰਟਰੋਲ ਨਾ ਹੋਵੇ। ਮੈਨੂੰ ਭਰੋਸਾ ਹੈ ਕਿ ਸ੍ਰੀ ਹਜ਼ੂਰ ਵਾਇਸਰਾਏ ਸਾਹਿਬ ਇਸ ਸੰਬੰਧੀ ਅਜਿਹਾ ਹੁਕਮ ਜਾਰੀ ਕਰ ਦੇਣਗੇ ਜਿਸ ਦੁਆਰਾ ਪਿਛਲੇ 30 ਸਾਲ ਤੋਂ ਵੱਧ ਸਮੇਂ ਦਾ ਸਫਲਤਾਪੂਰਵਕ ਚੱਲ ਰਿਹਾ ਪ੍ਰਬੰਧ ਹੀ ਜਾਰੀ ਰਹਿ ਸਕੇ। ਇਹ ਸ਼ਿਮਲੇ ਤੋਂ 8 ਅਗਸਤ 1881 ਨੂੰ ਦਸਤਖਤ ਕੀਤੇ ਆਰ ਇਜ਼ਰਟਨ ਲੈਫਟੀਨੈਂਟ ਜਨਰਲ ਪੰਜਾਬ ਦੀ ਇਹ ਚਿੱਠੀ ਜਿਹੜੀ ਹੈ ਇਹ ਲਿਖੀ ਮਿਲਦੀ ਹੈ ਕਿ ਕਿਸੇ ਹਾਲਤ ਵਿੱਚ ਵੀ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਹੱਥਾਂ ਵਿੱਚ ਨਹੀਂ ਜਾਣਾ ਚਾਹੀਦਾ। 1849 ਤੋਂ ਪਿੱਛੋਂ 1849 ਜਦੋਂ ਸਿੱਖ ਰਾਜ ਦਾ ਅੰਤ ਹੁੰਦਾ ਹੈ, ਲਗਾਤਾਰ 60-70 ਸਾਲ ਦੇ ਅਮਨ ਦੇ ਇਸ ਰਾਜ ਨੇ ਦੇਸ਼ ਦੀ ਆਮਦਨੀ ਵਧਾਉਣ ਦੇ ਤਾਂ ਬੜੇ ਸਾਧਨ ਪੈਦਾ ਕੀਤੇ, ਆਵਾਜਾਈ ਦੇ ਸਾਧਨ ਬੜੇ ਕੀਤੇ, ਨਹਿਰਾਂ ਕੱਢੀਆਂ ਗਈਆਂ, ਹੋਰ ਵੀ ਕਈ ਕੁਛ ਹੋਇਆ। ਇਹਨਾਂ ਦਾ ਮੈਂ ਬਹੁਤਾ ਜ਼ਿਕਰ ਨਹੀਂ ਕਰਦਾ, ਸਿਰਫ ਧਾਰਮਿਕ ਮਸਲੇ ਵਾਲੇ ਗੱਲ ਨੂੰ ਅੱਗੇ ਕਰਾਂਗੇ। ਤੇ ਇਸ ਅੰਗਰੇਜ਼ਾਂ ਵੱਲੋਂ ਮਿਲੇ ਹੋਏ ਇਹ ਸ਼ਹਿਰ ਨੇ, ਤੇ ਦੂਜੇ ਪਾਸੇ ਇਹ ਕਹਿ ਲਈਏ ਕਿ ਆਈ ਹੋਈ ਖੁਸ਼ਹਾਲੀ ਨੇ ਮਹੰਤਾਂ ਤੇ ਪੁਜਾਰੀਆਂ ਦੇ ਰਹਿਣ ਸਹਿਣ ਦੇ ਵਿੱਚ ਤਬਦੀਲੀ ਲੈ ਆਈ। ਉਹ ਸਾਰੀਆਂ ਊਣਤਾਈਆਂ ਤੇ ਭ੍ਰਿਸ਼ਟਾਚਾਰ, ਧਨ ਪਦਾਰਥ ਦੇ ਵਾਧੇ ਨਾਲ ਜੋ ਪੈਦਾ ਹੁੰਦੇ ਹਨ, ਉਹ ਇਹਨਾਂ ਦੇ ਵਿੱਚ ਆਉਣੇ ਸ਼ੁਰੂ ਹੋ ਗਏ। ਕਰਪਸ਼ਨ, ਕਰੈਕਟਰਲੈਸ ਹੋ ਜਾਣਾ, ਇਹ ਆਮ ਗੱਲਾਂ ਜਿਹੜੀਆਂ ਸੀ ਬਣ ਗਈਆਂ। ਤੋ ਇਹ ਤਬਦੀਲੀ ਅੰਗਰੇਜ਼ ਸਰਕਾਰ ਦੀ ਜਿਹੜੀ ਗੁਰਦੁਆਰਿਆਂ ਬਾਰੇ ਨੀਤੀ ਸੀ, ਉਹਨੂੰ ਫਲ ਦੇਣ ਲਈ ਬੜੀ ਜਿਹੜੀ ਹੈ ਉਹ ਸਹਾਇਕ ਸਾਬਤ ਹੋਈ, ਕਿਉਂਕਿ ਉਹਨਾਂ ਦੇ ਮੁਤਾਬਕ ਗੁਰਦੁਆਰੇ ਜੋ ਸਿੱਖੀ ਚੱਲਣ, ਰਹੁ ਰੀਤ ਤੇ ਸਿੱਖ ਰਹਿਤ ਮਰਿਆਦਾ ਦੇ ਸੋਮੇ ਸਨ, ਉਹ ਬ੍ਰਾਹਮਣੀ ਪੂਜਾ ਦੇ ਸਥਾਨ ਬਣ ਗਏ। ਕੇਵਲ ਇੰਨਾ ਕੁ ਫਰਕ ਰਹਿ ਗਿਆ ਕਿ ਇੱਥੇ ਮੂਰਤੀਆਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਸੀ, ਕਿਉਂਕਿ ਮੂਰਤੀਆਂ ਵੀ ਜਿਹੜੀਆਂ ਸੀ ਉਹ ਦਰਬਾਰ ਸਾਹਿਬ ਦੇ ਅੰਦਰ ਆ ਕੇ ਟਿਕਾ ਦਿੱਤੀਆਂ ਗਈਆਂ। ਗੁਰਮਤ ਅੰਦਰ ਬ੍ਰਾਹਮਣੀ ਮਰਿਆਦਾ ਤੇ ਇਹਨਾਂ ਦਾ ਦਿਨੋਂ ਦਿਨ ਵੱਧਦੇ ਹੋਏ ਪ੍ਰਭਾਵ ਦਾ ਮੁੱਖ ਕਾਰਨ ਸੀ ਕਿ ਉਸ ਜਾਗਰਤੀ ਦੇ ਪੈਦਾ ਕਰਨ ਦਾ ਜੋ ਪਹਿਲਾਂ ਨਾਮਧਾਰੀ ਤੇ ਫਿਰ ਸਿੰਘ ਸਭਾ ਲਹਿਰ ਦੇ ਨਾਮ ਹੇਠ ਜਨਮੀਆਂ ਗੁਰਮਤ ਨੂੰ ਮੁੜ ਚਾਲੂ ਕਰਨ ਦੇ ਲਈ ਇਹ ਲਹਿਰਾਂ ਨੇ ਆਪਣਾ ਯੋਗਦਾਨ ਪਾਇਆ। ਇਹਨਾਂ ਲਹਿਰਾਂ ਨੇ ਸਿੱਖ ਮਾਸਿਸ ਨੂੰ, ਸਿੱਖ ਜਨਤਾ ਨੂੰ ਕਾਫੀ ਜਾਗਰਤੀ ਲਿਆਂਦੀ। ਹਰ ਇੱਕ ਦ੍ਰਿਸ਼ਟੀਕੋਣ ਭਾਵੇਂ ਆਪਣਾ ਸੀ, ਪਰ ਸਿੰਘ ਸਭਾ ਲਹਿਰ ਦੀ ਖੋਜ ਦੇ ਪੱਖ ਵਧੇਰੇ ਉਜਾਗਰ ਹੋਣ ਕਰਕੇ ਉਹਨਾਂ ਨੇ ਗੁਰੂ ਦੀ ਬਾਣੀ ਨੂੰ ਸਿੱਖਾਂ ਤੱਕ ਪਹੁੰਚਾਉਣ ਦਾ ਜਿਹੜਾ ਸੀ ਉਹ ਸ਼ੁੱਧ ਰੂਪ ਵਿੱਚ ਯਤਨ ਜਿਹੜਾ ਸਿੰਘ ਸਭਾ ਲਹਿਰ ਨੇ ਕੀਤਾ, ਜਾਂ ਇਹਨੂੰ ਅਸੀਂ ਸਿੱਖਾਂ ਦੀ ਪੁਨਰ ਜਾਗਰਤੀ ਦੀ ਲਹਿਰ ਵੀ ਕਹਿ ਸਕਦੇ ਹਾਂ। ਇਸ ਦੇ ਨਾਲ ਹੀ ਤੇ ਛੂਤ-ਛਾਤ ਦਾ ਜਿਹੜਾ ਜਾਤੀ ਭੇਦ ਭਾਵ ਸੀ, ਉਹਨੂੰ ਮਿਟਾਉਣ ਦੇ ਲਈ ਵੀ ਇਸ ਲਹਿਰ ਨੇ ਬੜੇ ਕਦਮ ਜਿਹੜੇ ਚੁੱਕੇ, ਜਿਹੜਾ ਕਿ ਗੁਰਦੁਆਰਿਆਂ ਦੇ ਵਿੱਚ ਅਖੌਤੀ ਜਿਹਨੂੰ ਸ਼ੂਦਰ ਕਿਹਾ ਜਾਂਦਾ ਹੈ, ਉਹਨਾਂ ਨੂੰ ਨੇੜੇ ਨਹੀਂ ਸੀ ਆਉਣ ਦਿੱਤਾ ਜਾਂਦਾ। ਉਹਨਾਂ ਦਾ ਇਹ ਕਦਮ ਜੋ 20ਵੀਂ ਸਦੀ ਦੇ ਪਹਿਲੇ 2 ਦਹਾਕਿਆਂ ਵਿੱਚ ਸ਼ੁੱਧੀ ਪ੍ਰਚਾਰ ਦੇ ਨਾਮ ਦੇ ਨਾਲ ਮਸ਼ਹੂਰ ਹੋਇਆ। ਗੁਰਦੁਆਰਾ ਸੁਧਾਰ ਲਹਿਰ ਦਾ ਫੌਰੀ ਕਾਰਨ ਇਹ ਸਮਝਿਆ ਜਾ ਸਕਦਾ ਹੈ, ਭਾਵੇਂ ਇਹਦੇ ਮੁੱਖ ਕਾਰਨ ਗੁਰਦੁਆਰਿਆਂ ਦੇ ਅੰਦਰ ਦੇ ਮਹੰਤਾਂ ਤੇ ਪੁਜਾਰੀਆਂ ਦੀ ਆਚਰਣਹੀਨਤਾ, ਭ੍ਰਿਸ਼ਟਾਚਾਰ, ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਬਰਬਾਦ ਕਰਨ, ਵੇਚ ਵੱਟ ਕੇ ਖਾਂਦੇ ਰਹਿ ਪੈਣਾ ਜਾਣਾ ਸੀ, ਤੇ ਸਿੱਖੀ ਦੀ ਮਰਿਆਦਾ ਨੂੰ ਛੱਡ ਕੇ ਬ੍ਰਾਹਮਣੀ ਰਹੁ ਰੀਤ ਦਾ ਗੁਰਦੁਆਰਿਆਂ ਅੰਦਰ ਪ੍ਰਵੇਸ਼ ਕਰਾਉਣਾ ਸੀ। ਇਹ ਮੁੱਖ ਕਾਰਨ ਸਨ ਜਿੱਥੋਂ ਇਹ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਹੈ ਉਹ ਜਨਮ ਲੈਂਦੀ ਹੈ। तो 1911 ਦਿੱਲੀ ਨੂੰ ਭਾਰਤ ਦੀ ਰਾਜਧਾਨੀ
ਅੰਗਰੇਜ਼ੀ ਰਾਜ ਦੀ ਰਾਜਧਾਨੀ ਬਣਾਉਣ ਦਾ ਜਦੋਂ ਕੰਮ ਸ਼ੁਰੂ ਹੋਇਆ ਤਾਂ ਵਾਇਸਰਾਏ ਦੀ ਕੋਠੀ ਬਣਾਉਣ ਲੱਗੇ ਤਾਂ ਸਰਕਾਰ ਨੂੰ ਗੁਰਦੁਆਰਾ ਰਕਾਬਗੰਜ ਦੇ ਮਹੰਤ ਪਾਸੋਂ ਸਾਰੀ ਜ਼ਮੀਨ ਪ੍ਰਾਪਤ ਕਰ ਲਈ, ਜੋ 6 ਨੁਕਰੇ ਹਾਤੇ ਦੀ ਸ਼ਕਲ ਵਿੱਚ ਗੁਰਦੁਆਰੇ ਅਤੇ ਕੋਠੀ ਵਾਲੀ ਜਗ੍ਹਾ ਦੇ ਵਿਚਾਲੇ ਸੀ। 1914 ਦੇ ਆਰੰਭ ਵਿੱਚ ਗੁਰਦੁਆਰੇ ਦੀ ਕੰਧ ਦਾ ਕੁਝ ਹਿੱਸਾ ਸੁੱਟ ਦਿੱਤਾ ਗਿਆ, ਢਾਹ ਦਿੱਤਾ ਗਿਆ। ਸਿੱਖਾਂ ਅੰਦਰ ਸਰਕਾਰ ਦੇ ਖਿਲਾਫ ਬੜੀ ਵੱਡੀ ਐਜੀਟੇਸ਼ਨ ਹੋਈ, ਮੁਹਿੰਮ ਸ਼ੁਰੂ ਹੋਈ। ਸਰਕਾਰ ਨੇ ਸਿੱਖਾਂ ਨੂੰ ਰਾਜੀ ਕਰਨ ਲਈ ਕਈ ਤਰ੍ਹਾਂ ਦੀਆਂ ਰਿਆਇਤਾਂ ਵੀ ਦਿੱਤੀਆਂ, ਜਿਵੇਂ ਹੁਣ ਦਿੱਤੀਆਂ ਜਾ ਰਹੀਆਂ ਨੇ, ਜਿਵੇਂ ਜੋ ਕੁਛ ਅਸੀਂ ਵੇਖ ਰਹੇ ਹਾਂ। ਸਿੱਖਾਂ ਨੂੰ ਰਿਆਇਤਾਂ ਦੇਣ ਦਾ ਕੰਮ ਅੱਜ ਜੋ ਸਰਕਾਰ ਕਰ ਰਹੀ ਹੈ, ਬਾਲ ਦਿਵਸ ਦੇ ਨਾਂ ਤੇ ਸਿੱਖ ਸਿਧਾਂਤਾਂ ਦਾ ਮਜ਼ਾਕ ਜਿਹੜਾ ਵੀਰ ਬਾਲ ਦਿਵਸ ਕਹਿ ਕੇ ਉਡਾਇਆ ਜਾ ਰਿਹਾ ਹੈ, ਆਪਣੇ ਵੱਲੋਂ ਇਹ ਸਿੱਖਾਂ ਨੂੰ ਆਪਣੇ ਵੱਲ ਖਿੱਚਣ ਦੀ ਚਾਲ ਹੁੰਦੀ ਹੈ। ਸਰਕਾਰਾਂ ਹਮੇਸ਼ਾ ਹੀ ਇਹ ਕਰਦੀਆਂ। ਤੋ ਸਿੱਖਾਂ ਨੂੰ ਨਾਲ ਹੋਰ ਜ਼ਮੀਨ ਵੀ ਜਿਹੜੀ ਸੀ ਗੁਰਦੁਆਰੇ ਲਈ ਦੇ ਦਿੱਤੀ, ਪਰ ਸਿੱਖਾਂ ਨੇ ਗੁਰਦੁਆਰੇ ਦੀ ਜਿਹੜੀ 1 ਇੰਚ ਜ਼ਮੀਨ ਛੱਡਣ ਤੋਂ ਵੀ ਇਨਕਾਰ ਕਰ ਦਿੱਤਾ ਵੀ ਜਿਹੜੀ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਜ਼ਮੀਨ ਜਿੱਥੋਂ ਕੰਧ ਢਾਈ ਹੈ, ਇਹ ਨਹੀਂ ਹੋ ਸਕਦਾ ਵੀ ਉਹ ਉਸ ਜਗ੍ਹਾ ਜਿਹੜੀ ਅੰਗਰੇਜ਼ਾਂ ਨੂੰ ਦੇ ਦਿੱਤੀ ਜਾਏ। 31 ਮਈ 1914 ਨੂੰ ਸਿੱਖਾਂ ਦੇ ਲਾਹੌਰ ਅੰਦਰ ਜੁੜੇ ਹੋਏ ਇਕੱਠ ਵਿੱਚ ਸਰਕਾਰ ਦੀ ਇਸ ਵਧੀਕੀ ਦੀ ਚਰਚਾ ਹੋਈ ਤੇ ਇਸ ਸਮਾਗਮ ਹੋਰ ਥਾਂ ਤੇ ਕਰਨ ਦੇ ਐਲਾਨ ਵੀ ਕਰ ਦਿੱਤੇ। ਗੱਲ ਸਾਰੀ ਇੱਥੇ ਅਸੀਂ ਗੱਲ ਕਰਦੇ ਹਾਂ ਕਿ ਸਿੱਖੀ ਜਿਹੜੀ ਹੈ ਇਹ ਬਹੁਤ ਹੀ ਤੇ ਜਿਹੜਾ ਲਹਿਰਾਂ ਦਾ ਇਹ ਜਨਮ ਹੁੰਦਾ ਹੈ, ਕੋਈ ਸੋ ਛੋਟੀ ਮੋਟੀ ਗੱਲ ਨਹੀਂ ਹੈ। ਗੁਰਦੁਆਰੇ ਦੇ ਅੰਦਰਲੀ ਮਰਿਆਦਾ ਤੇ ਸਿੱਖ ਰੀਤਾਂ ਦਾ ਆਪਣਾ ਸੰਬੰਧ ਹੈ। ਸਿੱਖਾਂ ਅੰਦਰ ਚੱਲੀਆਂ ਕੂਕਾ ਲਹਿਰ ਵੀ, ਸਿੰਘ ਸਭਾ ਲਹਿਰ ਦੇ ਵੀ ਇਹਨਾਂ ਨੇ ਕਾਫੀ ਤਬਦੀਲੀ ਲਿਆਂਦੀ, ਪਰ ਇਹਨਾਂ ਦੇ ਨਾਲ ਨਾਲ ਸਿੱਖ ਵਿਰੋਧੀ ਆਰੀਆ ਸਮਾਜੀ ਤੇ ਕ੍ਰਿਸਚੀਅਨਟੀ ਦੇ ਪ੍ਰਚਾਰਕ ਜਿਹੜੇ ਸੀ, ਉਹਨਾਂ ਨੇ ਲਹਿਰਾਂ ਨੂੰ ਨੇ ਵੀ ਜਿਹੜੀਆਂ ਇੱਥੇ ਚੱਲ ਰਹੀਆਂ ਸੀ, ਉਹਨਾਂ ਨੇ ਵੀ ਸਿੱਖਾਂ ਦੀ ਅਣਖ ਤੇ ਅੰਦਰਲੇ ਸਵੈਮਾਨ ਨੂੰ ਅਸੀਂ ਕਹਿ ਸਕਦੇ ਹਾਂ ਵੀ ਉਹ ਵੀ ਟੁੰਬਿਆ, ਉਹਨਾਂ ਨੂੰ ਟੁੰਬਿਆ। ਇਸ ਤੋਂ ਇਲਾਵਾ ਸਰਕਾਰ ਵੱਲੋਂ ਕੈਦੀ ਸਿੱਖਾਂ ਨੂੰ ਕੰਘਾ, ਕਿਰਪਾਨ, ਦਸਤਾਰ ਜੇਲ੍ਹ ਅੰਦਰ ਰੱਖਿਆ ਦੀ ਆਗਿਆ ਵੀ ਨਾ ਦੇਣੀ ਤੇ ਸਿੱਖਾਂ ਨੂੰ ਭੜਕਾਉਣ ਲਈ ਇਹ ਵੀ ਇੱਕ ਕਾਰਨ ਸੀ। ਪਰੰਤੂ ਜੋ ਇਹਨਾਂ ਸਾਰੇ ਖਿਆਲਾਂ ਨੂੰ ਤੋਂ ਵੱਡੀ ਜਿਹੜੀ ਟੁੰਬ ਦੇਣ ਵਾਲੀ ਲਫ਼ਜ਼ ਵਰਤਾ ਸਾਬਤ ਉਹ ਸੀ ਵੀ ਅੰਗਰੇਜ਼ੀ ਸਰਕਾਰ ਵਿਰੁੱਧ ਸਿਆਸੀ ਤੇ ਰਾਜਨੀਤਿਕ ਜਾਗਰਤੀ ਸੀ, ਜੋ ਵਿਸ਼ੇਸ਼ ਕਰਕੇ ਫੋਰਨ ਦੇ ਵਿੱਚ ਗਏ ਹੋਏ ਜਾਂ ਕੈਨੇਡਾ ਦੇ ਅੰਦਰ ਸਿੱਖ ਜਾ ਵਸੇ ਸਨ, ਪੰਜਾਬੀਆਂ ਦੇ ਅੰਦਰ ਉਹਨਾਂ ਦੀ ਜਿਹੜੀ ਇੱਕ ਜਾਗਰਤੀ ਸੀ, ਚੇਂਜ ਜਿਹੜੀ ਸੀ, ਉਹਨਾਂ ਨੇ ਲਿਆਂਦੀ। ਕੈਨੇਡਾ ਵੀ ਸ਼ਬਦਾਂ ਤੇ ਪੰਜਾਬ ਦੇ ਸਿੱਖ ਨੌਜਵਾਨਾਂ ਅੰਦਰ ਚੋਰੀ ਛੱਪੀ ਵੰਡਿਆ ਜਾਂਦਾ ਕਿ ਗਦਰ ਨਾਮ ਦਾ ਅਖਬਾਰ ਸੀ, ਪੇਪਰ ਜਿਹਨੂੰ ਨਿਊਜ਼ਪੇਪਰ ਅਸੀਂ ਕਹਿੰਦੇ, ਪੇਪਰ ਗਦਰ ਨਾਮ ਦਾ ਅਖਬਾਰ ਸੀ। ਇਹ ਜੋ ਸ਼ਬਦੀਆਂ ਕਵਿਤਾਵਾਂ ਵਿੱਚੋਂ ਕੇਵਲ ਇੱਕ ਮੈਂ ਟੂਟਕਾ ਜਾਂ ਇੱਕ ਟੱਪਾ ਕਹਿ ਸਕਦੇ ਹਾਂ ਵੀ ਉਹ ਅਖਬਾਰ ਦੀ ਜਿਹੜੀ ਵੰਨਗੀ ਸੀ ਤੇ ਭਾਰਤੀ ਮਨਾਂ ਤੇ ਉਹਦਾ ਪ੍ਰਭਾਵ ਸਾਨੂੰ ਕੀ ਪਵੇਗਾ, ਉਹ ਮੈਂ ਆਪ ਜੀ ਨਾਲ ਜ਼ਰੂਰ ਇੱਥੇ ਸਾਂਝਾ ਕਰਨਾ ਚਾਹੁੰਦਾ ਵੀ ਅਖਬਾਰਾਂ ਕਿਵੇਂ ਰੋਲ ਪਲੇ ਕਰਦੀਆਂ। ਉਹਦੇ ਚੋਂ ਇੱਕ ਕਵਿਤਾ ਜੀ ਛੋਟੀ ਜਿਹੀ ਲਿਖੀ, ਗੜ ਦਿਓ ਜੰਗ ਦੀਆਂ ਲਾਲ ਝੰਡੀਆਂ, ਵੜ ਦਿਓ ਗੋਰੇ ਮੇਮਾ ਕਰ ਦਿਓ ਰੰਡੀਆਂ, 4 ਤੇ ਕਰੋੜੇ ਇੱਥੇ ਗੋਰੇ ਵਸਦੇ, 8-8 ਇੱਕ ਦੀਆਂ ਪਾ ਲਓ ਵੰਡੀਆਂ, ਵੜ ਦਿਓ ਗੋਰੇ ਮੇਮਾ ਪਾ ਲਓ, ਮੇਮਾ ਕਰ ਦਿਓ ਰੰਡੀਆਂ। ਇਹ ਲਫ਼ਜ਼ ਉਸ ਵੇਲੇ ਸੀ ਜੋ ਆਜ਼ਾਦੀ ਦਾ ਮਤਲਬ ਇੱਕ ਲਹਿਰ ਦੇ ਵਿੱਚ ਜਿਹੜਾ ਸੀ ਬਣਿਆ। ਹਾਲਾਂਕਿ ਜੇ ਅਸੀਂ ਮਨੁੱਖਤਾ ਦੇ ਤੌਰ ਤੇ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਕਵਿਤਾਵਾਂ ਦੇ ਵਿੱਚੋਂ ਵੀ ਕਈ ਗੱਲਾਂ ਐਸੀਆਂ ਹੋਰ ਤਰ੍ਹਾਂ ਦੀਆਂ ਜਾਪਦੀਆਂ ਨੇ, ਪਰ ਕਿਉਂਕਿ ਉਸ ਵੇਲੇ ਜ਼ਮੀਰ ਨੂੰ ਜਗਾਉਣ ਦੀ ਗੱਲ ਸੀ ਤਾਂ ਇਹ ਅਖਬਾਰਾਂ ਦੇ ਵਿੱਚ ਇਹ ਕਵਿਤਾ ਜਿਹੜੀਆਂ ਛਪਦੀਆਂ ਰਹੀਆਂ। ਇਸੇ ਸੰਬੰਧ ਵਿੱਚ ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾ ਮਾਰੂ ਜਹਾਜ਼ ਰਾਹੀਂ 318 ਸਿੱਖ ਮੁਸਾਫਰਾਂ ਨੂੰ ਕੈਨੇਡਾ ਲੈ ਜਾਂਦਾ ਸੀ। ਉੱਥੇ ਉਤਰਨ ਦੀ ਇਜਾਜ਼ਤ ਨਾ ਮਿਲਣ ਕਰਕੇ ਹਿੰਦੁਸਤਾਨ ਪਹੁੰਚਣਾ ਸੀ ਤਾਂ ਸਤੰਬਰ 1914 ਵਿੱਚ ਬਜਬਜ ਘਾਟ ਤੇ ਉਹਨਾਂ ਦਾ ਸਵਾਗਤ ਫਿਰ ਗੋਲੀਆਂ ਦੇ ਨਾਲ ਕੀਤਾ। ਕੈਨੇਡਾ ਤੋਂ ਤੋਸਾ ਮਾਰੂ ਜਹਾਜ਼ ਜਿਹੜਾ ਸੀ ਉਹ ਇੱਥੇ ਪਹੁੰਚਣਾ, ਮੈਂ ਹੋਰ ਛੋਟੀਆਂ ਗੱਲਾਂ ਨੇ ਜਿਹੜੀਆਂ ਇਹ ਘਟਨਾਵਾਂ ਵੀ ਵਾਪਰਦੀਆਂ ਰਹੀਆਂ। ਗੁਰਦੁਆਰਾ ਰਕਾਬਗੰਜ ਦੀ ਕੰਧ ਢਾਉਣ ਦਾ ਜੇ ਸਵਾਲ ਹਾਲੇ ਵਿੱਚ ਹੀ ਸੀ ਕਿ 1914 ਦੇ ਵਿੱਚ ਜਿਹੜੀ ਵਰਲਡ ਵਾਰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਰਕਾਰ ਨੂੰ ਇਹਦੇ ਨਾਲ ਹੋਰ ਛੇੜਛਾੜ ਜਿਹੜੀ ਸੀ ਬੰਦ ਕਰਨੀ ਪੈ ਗਈ। ਇਹਦੇ ਨਾਲ ਹੀ ਇਹ ਜਿਹੜੀ ਐਜੀਟੇਸ਼ਨ ਸੀ ਕੁਛ ਜਿਹੜੀ ਮੱਧਮ ਵੀ ਪੈ ਗਈ, ਪਰ ਜਦੋਂ ਲੜਾਈ ਖਤਮ ਹੋ ਗਈ, ਵਰਲਡ ਵਾਰ ਖਤਮ ਹੋ ਗਈ, ਸਵਾਲ ਫਿਰ ਖੜੇ ਹੋ ਗਏ
ਭਾਵੇਂ ਸਰਕਾਰ ਵੱਲੋਂ ਇਹਨੂੰ ਤਸੱਲੀ ਬਖਸ਼ ਢੰਗ ਨਾਲ ਨਿਪਟਾਉਣ ਦੇ ਕਈ ਯਤਨ ਸਾਧਨ ਕੀਤੇ ਗਏ, ਪਰ ਸਿੱਖ ਵਿਚਾਰਾਂ ਮੁਤਾਬਕ ਜਾਂ ਸਿੱਖ ਸਿਧਾਂਤਾਂ ਮੁਤਾਬਕ ਉਹ ਇਹਦਾ ਹੱਲ ਨਹੀਂ ਸੀ ਕਰਦੇ। ਫਿਰ ਸਤੰਬਰ 1920 ਦੇ ਵਿੱਚ ਸਰ ਸਰਦੂਲ ਸਿੰਘ ਕਮਿਸ਼ਨਰ ਵੱਲੋਂ ਇੱਕ 100 ਸਿੰਘਾਂ ਦਾ ਜੱਥਾ, ਸ਼ਹੀਦੀ ਜੱਥਾ ਲੈ ਕੇ ਕੰਧ ਨੂੰ ਮੁੜ ਉਸਾਰ ਦੇਣ ਦੀ ਤਜਵੀਜ਼ ਉੱਤੇ ਅਨੇਕਾਂ ਹੀ ਸਿੰਘਾਂ ਨੇ ਆਪਣੇ ਨਾਮ ਪੇਸ਼ ਕੀਤੇ। ਤਾਂ 1 ਦਸੰਬਰ ਨੂੰ 100 ਸਿੰਘਾਂ ਦੇ ਜੱਥੇ ਨੇ ਇਹ ਕੰਧ ਖੜੀ ਕਰਨੀ ਸੀ, ਰਕਾਬਗੰਜ ਸਾਹਿਬ ਦੀ ਢਾਈ ਹੋਈ ਕੰਧ 1920 ਦੇ ਵਿੱਚ। ਪਰ ਸਰਕਾਰ ਨੇ ਇਹ ਕੰਧ ਪਹਿਲਾਂ ਹੀ ਬਣਵਾ ਦਿੱਤੀ। ਇਸ ਤਰ੍ਹਾਂ ਗੁਰਦੁਆਰਿਆਂ ਸੰਬੰਧੀ ਸਿੱਖਾਂ ਦਾ ਇਹ ਪਹਿਲਾ ਮੋਰਚਾ ਜਿਹੜਾ ਹੈ ਉਹ ਸਫਲ ਮੋਰਚਾ ਜਿਹਨਾਂ ਅਸੀਂ ਕਿਹਾ ਜਾ ਸਕਦਾ ਹੈ, ਜੇ ਗੁਰਦੁਆਰਿਆਂ ਦੇ ਅੰਦਰ ਦਖਲ ਬੰਦ ਕਰਨ ਦਾ। ਇਸੇ ਸਾਲ ਹੀ 5 ਅਕਤੂਬਰ ਨੂੰ ਗੁਰਦੁਆਰਾ ਬਾਬੇ ਦੀ ਬੀਰ ਸਿਆਲਕੋਟ ਦੇ ਕਈ ਸਾਲਾਂ ਤੋਂ ਚੱਲ ਰਹੀ ਲੜਾਈ ਉਸ ਵੇਲੇ ਖਤਮ ਹੋਈ, ਜੋ ਸਿੰਘਾਂ ਦੇ ਇੱਕ ਭਾਰੀ ਇਕੱਠ ਦੇ ਦਬਾਅ ਹੇਠ ਸਿੰਘਾਂ ਦੀ ਚੁਣੀ ਹੋਈ 13 ਮੈਂਬਰੀ ਕਮੇਟੀ ਨੇ ਗੁਰਦੁਆਰੇ ਤੇ ਜਾ ਕੇ ਕਬਜ਼ਾ ਕਰ ਲਿਆ। ਇਸ ਨੇ ਅਗਲੇ ਦਿਨ 6 ਅਕਤੂਬਰ ਲਾਹੌਰ ਡਿਵੀਜ਼ਨ ਦੇ ਮਿਸਟਰ ਕਿੰਗ ਨੇ ਮੌਕੇ ਤੇ ਪਹੁੰਚ ਕੇ ਪ੍ਰਵਾਨਗੀ ਦੇ ਦਿੱਤੀ। ਇਸ ਗੁਰਦੁਆਰੇ ਦੇ ਪ੍ਰਬੰਧ ਸੰਬੰਧੀ ਸ਼ੁਰੂ ਤੋਂ ਇਹ ਤਰੀਕਾ ਰਿਹਾ ਕਿ ਜਦੋਂ ਕੋਈ ਮਹੰਤ ਮਰਦਾ ਤਾਂ ਸਿਆਲਕੋਟ ਦੀ ਸਿੱਖ ਪਬਲਿਕ ਸਾਂਝੇ ਤੌਰ ਤੇ ਉਸਦੀ ਥਾਂ ਨਵਾਂ ਮਹੰਤ ਥਾਪ ਦਿੱਤੀ। ਇਹ ਮਰਿਆਦਾ 1887 ਵਿੱਚ ਇੱਥੋਂ ਦੇ ਮਹੰਤ ਪ੍ਰੇਮ ਸਿੰਘ ਨਿਯਤ ਹੋਇਆ। 1901 ਵਿੱਚ ਪ੍ਰੇਮ ਸਿੰਘ ਨੇ ਆਪਣੀ ਜਗ੍ਹਾ ਤੇ ਪੂਤੇ ਹਰਨਾਮ ਸਿੰਘ ਨੂੰ ਮਹੰਤ ਥਾਪ ਦਿੱਤਾ। 1918 ਵਿੱਚ ਹਰਨਾਮ ਸਿੰਘ ਦੀ ਮੌਤ ਹੋ ਜਾਣ ਤੇ ਉਹਦੇ ਨਾਬਾਲਗ ਪੜਪੋਤੇ ਗੁਰਚਰਨ ਸਿੰਘ ਨੂੰ ਮਹੰਤ ਬਣਾ ਦਿੱਤਾ। ਇਸ ਦਾ ਸਿੱਖਾਂ ਦੇ ਵਿੱਚ ਬੜਾ ਵਿਰੋਧ ਕੀਤਾ ਤੇ ਗੁਰਚਰਨ ਸਿੰਘ ਨੂੰ ਪ੍ਰੇਮ ਸਿੰਘ ਦਾ ਜੱਦੀ ਵਾਰਸ ਬਣਾ ਕੇ ਗੁਰਦੁਆਰੇ ਦੀ ਜਦੋਂ ਸਮੁੱਚੀ ਜਾਇਦਾਦ ਉਹਦੇ ਨਾਂ ਤੇ ਕਰ ਦਿੱਤੀ ਤਾਂ ਇਹ ਕਲੀਨ ਸ਼ੇਵਨ ਜਿਹਨੂੰ ਅਸੀਂ ਕਹਿ ਸਕਦੇ ਹਾਂ, ਗੁੰਡਾ ਸਿੰਘ ਨੂੰ ਉਸ ਨਾਬਾਲਗ ਮਹੰਤ ਦਾ ਗਾਰਡੀਅਨ ਜਿਹੜਾ ਸੀ ਉਹ ਬਣਾ ਦਿੱਤਾ ਗਿਆ, ਰਜਿਸਟਰ ਕਰਵਾ ਦਿੱਤਾ ਗਿਆ। ਹੁਣ ਇਹ ਗੱਲ ਸਿੱਖੇ ਹਿਰਦੇ ਕਿਵੇਂ ਬਰਦਾਸ਼ਤ ਕਰ ਸਕਦੇ ਸੀ ਕਿ ਇੱਕ ਮੋਨਾ ਸਿਰ ਗੁੰਮ ਗੁਰਦੁਆਰੇ ਦਾ ਸਰਬਰਾਹ ਹੋਵੇ। ਭਾਵੇਂ ਅੱਜ ਇਹ ਆਮ ਹੀ ਗੱਲ ਹੋ ਗਈ ਹੈ, ਪਰ ਉਸ ਵੇਲੇ ਤੱਕ ਇਹ ਨਹੀਂ ਸੀ। ਅੱਜ ਗੁਰਦੁਆਰਾ ਪ੍ਰਬੰਧ ਦੇ ਵਿੱਚ ਅੱਜ ਇਹ ਆਮ ਹੀ ਗੱਲ ਹੈ ਕਿ ਜਿਹੜੇ ਆਪ ਸਿੱਖੀ ਸਿਧਾਂਤਾਂ ਦੇ ਪੂਰੇ ਨਹੀਂ ਹਨ, ਜਿਨ੍ਹਾਂ ਨੇ ਕੇਸ ਤਾੜੀ ਵੀ ਕਤਲ ਕੀਤੇ, ਉਹ ਵੀ ਅੱਜ ਪ੍ਰਬੰਧਕ ਬਣੇ ਹੋਏ ਹਨ। ਪਰ ਇਹ ਜਿਹੜੀ ਗੱਲ 1920 ਦੀ ਮੈਂ ਗੱਲ ਕਰ ਰਿਹਾ ਹਾਂ, ਕਿ ਇਹ ਗੱਲ ਸਿੱਖ ਬਰਦਾਸ਼ਤ ਨਹੀਂ ਸੀ ਕਰਦੇ ਕਿ ਸਿਰ ਗੁੰਮ ਆ ਕੇ ਗੁਰਦੁਆਰੇ ਦਾ ਸਰਬਰਾਹ ਬਣ ਜਾਏ। ਤਾਂ ਐਜੀਟੇਸ਼ਨ ਜਿਹੜੀ ਸੀ ਉਹ ਸ਼ੁਰੂ ਹੋ ਗਈ। ਸਰਕਾਰ ਨੇ ਗੁੰਡਾ ਸਿੰਘ ਦੀ ਪੂਰੀ ਹੈਲਪ ਕੀਤੀ, ਮਦਦ ਕੀਤੀ। ਕਈ ਸਿੰਘ ਜੇਲ੍ਹਾਂ ਦੇ ਵਿੱਚ ਸੁੱਟੇ ਗਏ, ਪਰ ਅਖੀਰ ਤੇ ਪੰਥ ਦੇ ਸਮੁੱਚੇ ਦਬਾਅ ਦੇ ਸਾਹਮਣੇ ਗੰਡਾ ਸਿੰਘ ਨੇ ਤਾਂ ਸਰਕਾਰ ਅੱਗੇ ਟਿਕ ਸਕੀ ਤੇ 7 ਅਕਤੂਬਰ 1920 ਨੂੰ ਕਮਿਸ਼ਨਰ ਲਾਹੌਰ ਨੇ ਸਿੱਖਾਂ ਵੱਲੋਂ ਚੁਣੀ ਕਮੇਟੀ ਨੂੰ ਪ੍ਰਵਾਨ ਕਰਕੇ ਉਹਦਾ ਕਬਜ਼ਾ ਜਿਹੜਾ ਸੀ ਉਹ ਵੀ ਸਿੱਖਾਂ ਨੂੰ ਦੇ ਦਿੱਤਾ। ਦਰਬਾਰ ਸਾਹਿਬ ਅੰਮ੍ਰਿਤਸਰ ਦੀ ਅੰਗਰੇਜ਼ੀ ਰਾਜ ਦੀ ਇਸ ਤੋਂ ਵੀ ਪੁਰਾਣੀ ਜਿਹੜੀ ਕਹਾਣੀ ਉਹ ਚੱਲੀ ਆਉਂਦੀ ਹੈ। ਇਸ ਨੂੰ ਹੋਰ ਆਪਾਂ ਥੋੜਾ ਜਿਹਾ ਅੱਗੇ ਨੂੰ ਚੱਲੀਏ ਤੇ ਇਹ ਸਾਰਾ ਸਮਝ ਆਏਗੀ ਇਹਦਾ ਪਿਛੋਕੜ ਕੀ ਸੀ ਸੁਧਾਰ ਲਹਿਰ ਦਾ। ਥੋੜਾ ਜਿਹਾ ਪਿੱਛੇ ਨੂੰ ਫਿਰ ਦੁਬਾਰਾ ਜਾਣਾ ਪਏਗਾ। ਦਰਬਾਰ ਸਾਹਿਬ ਅੰਮ੍ਰਿਤਸਰ ਦਾ ਅੰਗਰੇਜ਼ ਰਾਜ ਸਮੇਂ ਦੀ ਜਿਹੜੀ ਕਹਾਣੀ ਹੈ ਇਹ ਥੋੜੀ ਜਿਹੀ ਪੁਰਾਣੀ। ਅੰਗਰੇਜ਼ ਰਾਜ ਦੀ ਸਥਾਪਨਾ ਦੇ ਨਾਲ ਦਰਬਾਰ ਸਾਹਿਬ ਦਾ ਮਾਮਲਾ ਜਿਹੜਾ ਸੀ ਇਹ ਬੜਾ ਅਹਿਮੀਅਤ ਵਾਲਾ ਮਾਮਲਾ ਸੀ, ਕਿਉਂਕਿ ਸਰਕਾਰ ਇਹਨੂੰ ਆਪਣੇ ਕਬਜ਼ੇ ਵਿੱਚ ਰੱਖਣਾ ਚਾਹੁੰਦੀ ਸੀ। ਸਿੱਖਾਂ ਨੂੰ ਕਦੀ ਵੀ ਦਰਬਾਰ ਸਾਹਿਬ ਦਾ ਪ੍ਰਬੰਧ ਨਹੀਂ ਸੌਂਪਣਾ ਚਾਹੁੰਦੀ। 1859 ਵਿੱਚ 1859 ਵਿੱਚ ਸਿੱਖਾਂ ਦੇ ਅੱਖਾਂ 'ਚ ਘੱਟਾ ਪਾਉਣ ਲਈ ਸਰਕਾਰ ਨੇ ਇੱਕ 9 ਮੈਂਬਰੀ ਕਮੇਟੀ ਬਣਾ ਦਿੱਤੀ, ਜਿਹਦੇ ਪ੍ਰਧਾਨ ਸਰਕਾਰ ਵੱਲੋਂ ਨਿਯੁਕਤ ਸਰਬਰਾਹ, ਜਿਹਨੂੰ ਪ੍ਰਧਾਨ ਕਹਿੰਦੇ, ਸਰਬਰਾਹ ਦਾ ਮਤਲਬ ਪ੍ਰਧਾਨ ਹੀ ਹੈ, ਆਲ ਇਨ ਆਲ ਹੀ ਸੀ। ਇਹ ਜ਼ਿਲ੍ਹੇ ਦੇ ਅੰਗਰੇਜ਼ ਡਿਪਟੀ ਕਮਿਸ਼ਨਰ ਨੂੰ ਹੀ ਸਿਰਫ ਜਵਾਬ ਦੇ ਸੀ, ਜਿਹੜਾ ਉਹ ਪ੍ਰਧਾਨ ਸੀ ਜਾਂ ਸਰਬਰਾਹ ਸੀ, ਉਹਨੂੰ ਸਰਬਰਾਹ ਕਿਹਾ ਜਾਂਦਾ ਸੀ। ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਜੋ ਕੁਝ ਵਾਪਰਦਾ ਉਹਦਾ ਵਿਸਥਾਰ ਵਿੱਚ ਜਾਣਾ ਤਾਂ ਬੜਾ ਔਖਾ ਹੈ। ਬਹੁਤ ਘਟਨਾਵਾਂ ਤਾਂ ਮੈਂ ਬਹੁਤੀਆਂ ਜ਼ਿਕਰ ਨਹੀਂ ਕਰ ਸਕਦਾ, ਪਰੰਤੂ ਨਮੂਨੇ ਦੇ ਮਾਤਰ ਇੰਨਾ ਕੁ ਜ਼ਰੂਰ ਗੱਲ ਕਰਨੀ ਚਾਹੁੰਦਾ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਮਾਲੇ ਬਾਜ਼ਾਰਾਂ ਵਿੱਚ ਵੇਚੇ ਜਾਂਦੇ, ਭਾਵੇਂ ਅੱਜ ਵੀ ਵਿਕਦੇ ਹਨ। ਮੈਂ ਨਾਲ ਕੰਪੈਰੀਜ਼ਨ ਕਰ ਰਿਹਾ ਹਾਂ ਕਿ ਅੱਜ ਫਰਕ ਹੈ, ਮਹੰਤਾਂ ਦੀ ਸਿਰਫ ਸ਼ਕਲ ਵਿੱਚ ਫਰਕ ਪਿਆ, ਅਕਲ ਵਿੱਚ ਫਰਕ ਨਹੀਂ ਪਿਆ। ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਰਮਾਲੇ ਸ਼ਰੇਆਮ ਬਾਜ਼ਾਰਾਂ ਵਿੱਚ ਵਿਕਦੇ,
ਪੁਜਾਰੀਆਂ ਦੇ ਜਾਂ ਪੁਜਾਰੀਆਂ ਦੇ ਘਰ ਦੀਆਂ ਜਿਹੜੀਆਂ ਬੀਬੀਆਂ ਸਨ, ਉਹ ਲਹਿੰਗੇ ਤੇ ਬੱਚਿਆਂ ਦੀਆਂ ਫਰਾਕਾਂ ਬਣਾ ਕੇ ਪਾਉਂਦੀਆਂ। ਚੜਾਵੇ ਤੇ ਪ੍ਰਸ਼ਾਦ ਪੁਲਿਸ ਅਫਸਰਾਂ ਦੇ ਮਜਿਸਟਰਾਂ ਦੇ ਘਰਾਂ ਨੂੰ ਜਾਂਦੇ। ਬਸੰਤ, ਹੋਲੀ, ਇਹਨਾਂ ਤਿਉਹਾਰਾਂ ਸਮੇਂ ਗੁਰਦੁਆਰਾ ਅੰਦਰ ਗਵਈਆਂ ਪਾਸੋਂ ਗੰਦੇ ਗੀਤ ਗਵਾਏ ਜਾਂਦੇ, ਜਿਵੇਂ ਅੱਜ ਲੋਹੜੀ ਦੇ ਨਾਂ ਦੇ ਉੱਤੇ ਪਖੰਡ ਹੋ ਰਿਹਾ ਹੈ। ਗੁਰਦੁਆਰਿਆਂ ਵਿੱਚ ਲੋਹੜੀ ਬਾਲੀ ਜਾਏਗੀ ਅੱਜ, ਪਰ ਬਹੁਤ ਸਾਰੇ ਇੱਥੇ ਗੁਰਦੁਆਰੇ ਹਨ ਜਿੱਥੇ ਲੋਹੜੀ ਦਾ ਅੱਜ ਦਾ ਦਿਨ ਮਨਾਇਆ ਜਾਏਗਾ, ਜਦਕਿ ਲੋਹੜੀ ਦਾ ਸਿੱਖ ਨਾਲ ਕੋਈ ਸੰਬੰਧ ਨਹੀਂ ਹੈ, ਉਹ ਵੱਖਰਾ ਵਿਸ਼ਾ ਹੈ। ਜੇ ਉਸ ਵੇਲੇ ਦੇ ਮੁਤਾਬਕ ਹੀ ਬਸੰਤ ਦੇ ਮੌਕੇ ਤੇ, ਹੋਲੀ ਦੇ ਮੌਕੇ ਤੇ ਗੁਰਦੁਆਰੇ ਅੰਦਰ ਗਵਈਆਂ ਪਾਸੋਂ ਗੰਦੇ ਗੀਤ ਗਵਾਏ ਜਾਂਦੇ, ਦੇਵੀ ਦੇਵਤੇ ਦੇ ਬੁੱਤ ਰੱਖੇ ਗਏ, ਰੋਜ਼ਾਨਾ ਪੂਜੇ ਜਾਂਦੇ, ਰਮਾਇਣ ਤੇ ਮਹਾਂਭਾਰਤ ਦੀਆਂ ਕਥਾ ਹੁੰਦੀਆਂ, ਗੰਦੇ ਕਿੱਸੇ ਤੇ ਕਹਾਣੀਆਂ ਪ੍ਰਕਰਮਾਂ ਅੰਦਰ ਗਾਈਆਂ ਜਾਂਦੀਆਂ ਤੇ ਵਿੱਚ ਉਹਨਾਂ ਦੀਆਂ ਕਿਤਾਬਾਂ ਵੀ ਵੇਚੀਆਂ ਜਾਂਦੀਆਂ। ਦਰਸ਼ਨਾਂ ਨੂੰ ਆਈਆਂ ਔਰਤਾਂ ਦਾ ਬਦਮਾਸ਼ ਪਿੱਛਾ ਕਰਦੇ। ਦਰਬਾਰ ਸਾਹਿਬ ਦੇ ਆਲੇ ਦੁਆਲੇ ਚੁਬਾਰਿਆਂ ਦੇ ਅੰਦਰ ਉਹ ਅਚਰਨਹੀਨ ਬੰਦੇ ਔਰਤਾਂ ਨੂੰ ਲੈ ਕੇ ਜਾ ਕੇ ਪੈਸਾ ਕਮਾਉਂਦੇ, ਜਿਹਦੀ ਏਜੰਟੀ ਉੱਥੋਂ ਦੇ ਪੁਜਾਰੀ ਤੇ ਪੁਜਾਰਨਾ ਕਰਦੀਆਂ ਸਨ। ਕਈਆਂ ਜਾਂਦੀਆਂ ਅਛੂਤ ਜਾਤੀਆਂ ਦੇ ਬੰਦਿਆਂ ਨੂੰ ਦਰਬਾਰ ਸਾਹਿਬ ਜਾਣ ਤੇ ਅਤੇ ਪ੍ਰਸ਼ਾਦ ਭੇਟਾ ਕਰਨ ਦੀ ਮਨਾਹੀ ਸੀ। ਕਿਰਪਾਨਧਾਰੀ ਦੇ ਸਿੰਘ ਸਮਿਆਂ ਦਾ ਪ੍ਰਸ਼ਾਦ ਵੀ ਉੱਥੋਂ ਮੋੜ ਦਿੱਤਾ ਜਾਂਦਾ, ਜਿਹੜੇ ਸਿੰਘ ਸਭਾ ਲਹਿਰ ਨਾਲ ਸੰਬੰਧਿਤ ਸਨ, ਉਹਦਾ ਪ੍ਰਸ਼ਾਦ ਵੀ ਨਹੀਂ ਸੀ ਹੁੰਦਾ। ਜਦੋਂ ਸੁੰਦਰ ਸਿੰਘ ਮਜੀਠੀਆ ਆਪਣੇ ਲੜਕੇ ਕਿਰਪਾਲ ਸਿੰਘ ਦੇ ਵਿਆਹ ਮਗਰੋਂ ਕੜਾਹ ਪ੍ਰਸ਼ਾਦ ਲੈ ਕੇ ਉੱਥੇ ਪੁੱਜਿਆ ਤਾਂ ਉਹਦਾ ਪ੍ਰਸ਼ਾਦ ਪੁਜਾਰੀਆਂ ਨੇ ਮੋੜਤਾ ਵੀ ਤੁਸੀਂ ਆਨੰਦ ਦੀ ਰੀਤੀ ਨਾਲ ਵਿਆਹ ਕਰਾਇਆ, ਇਸ ਕਰਕੇ ਤੁਹਾਡਾ ਪ੍ਰਸ਼ਾਦ ਇੱਥੇ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਹ ਉਦਾਹਰਨਾਂ ਹਨ ਸਿਰਫ ਕੁਝ ਉਸ ਸਥਾਨ ਦੀਆਂ ਜਿਹੜਾ ਦਰਸ਼ਨ ਇਸ਼ਨਾਨ ਮੁਗਲ ਹੁਕਰਾਮਾਂ, ਮੁਸਲਮਾਨ ਇਤਿਹਾਸਕਾਰਾਂ ਦੇ ਕਹਿਣ ਮੁਤਾਬਕ ਵੀ ਜਿਹੜੇ ਸਿੰਘ ਜਿਹੜੇ ਸਨ, ਜਿਹੜੇ ਆਪਣੇ ਲਈ ਇਸ ਦਰਸ਼ਨ ਇਸ਼ਨਾਨ ਨੂੰ ਹਮੇਸ਼ਾ ਹੀ ਤੜਫਦੇ ਰਹੇ ਹਨ, ਉਹ ਆਪਣੀਆਂ ਕੁਰਬਾਨੀਆਂ ਦਿੰਦੇ ਰਹੇ ਹਨ। ਅੰਮ੍ਰਿਤਸਰ ਦੇ ਵਿੱਚ ਖਾਲਸਾ ਬਰਾਦਰੀ ਦੇ ਨਾਮ ਤੇ ਸਿੰਘਾਂ ਦੀ ਇੱਕ ਸਭਾ ਬਣੀ ਹੋਈ ਸੀ, ਜਿਹਦੇ ਵਿੱਚੋਂ ਰਵਿਦਾਸੀਏ ਵਿੱਚੋਂ ਵੀ ਸਿੰਘ ਸਜੇ ਸਨ। ਰਵਿਦਾਸੀਏ ਮਤਲਬ ਭਗਤ ਰਵਿਦਾਸ ਜੀ ਦੇ ਜਿਹੜੇ ਚੱਲੇ ਆਉਂਦੇ ਸਨ, ਉਹਨਾਂ ਵਿੱਚੋਂ 10, 11 ਤੇ 12 ਅਕਤੂਬਰ 1920 ਨੂੰ 1920 ਜਲਿਆਂਵਾਲਾ ਬਾਗ ਦੇ ਸਥਾਨ ਤੇ ਇਹਨਾਂ ਨੇ ਇੱਕ ਸਾਲਾਨਾ ਦੀਵਾਨ ਕੀਤਾ। ਬਹੁਤ ਸਾਰੇ ਹੋਰ ਨਵੇਂ ਇਹਨਾਂ ਰਵਿਦਾਸੀਆਂ ਨੇ ਅੰਮ੍ਰਿਤਪਾਨ ਕੀਤਾ ਤੇ 12 ਤਰੀਕ ਨੂੰ ਨਵੇਂ ਸਿੰਘ ਸਜੇ ਸਿੰਘ ਭਾਈ ਮਤਾਬ ਸਿੰਘ ਵੀਰ ਦੀ ਅਗਵਾਈ ਹੇਠ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਦਰਬਾਰ ਸਾਹਿਬ ਪਹੁੰਚੇ। ਖਾਲਸਾ ਕਾਲਜ ਅੰਮ੍ਰਿਤਸਰ ਦੇ ਕਈ ਪ੍ਰੋਫੈਸਰ ਤੇ ਵਿਦਿਆਰਥੀ ਵੀ ਇਹਨਾਂ ਦੇ ਨਾਲ ਆਏ। ਸਰਦਾਰ ਨਰਾਇਣ ਸਿੰਘ ਵੀ ਉਹਨਾਂ ਦੇ ਵਿੱਚ ਸਨ, ਜਿਨ੍ਹਾਂ ਨੇ ਘਟਨਾ ਲਿਖੀ ਹੈ। ਮੈਂ ਉਹਨਾਂ ਦੀ ਕਿਤਾਬ 'ਚ ਜ਼ਿਕਰ ਕਰ ਰਿਹਾ, ਸਰਦਾਰ ਨਰਾਇਣ ਸਿੰਘ ਜੀ, ਉਹਨਾਂ ਨੇ ਇਹ ਲਿਖਿਆ ਜਿਨ੍ਹਾਂ ਦਾ। ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਨੇ ਪ੍ਰਸ਼ਾਦ ਦਾ ਅਰਦਾਸਾ ਸੋਧਣ ਤੋਂ ਨਾ ਕਰ ਦਿੱਤੀ। ਪ੍ਰੋਫੈਸਰ ਬਾਵਾ ਹਰਕ੍ਰਿਸ਼ਨ ਸਿੰਘ ਦੇ ਸੁਧਾਰ ਤੇ ਇੱਕ ਵਿਦਿਆਰਥੀ ਨੇ ਅਰਦਾਸਾ ਸੋਧਿਆ ਤੇ ਪ੍ਰਸ਼ਾਦ ਵਰਤਣਾ ਆਰੰਭ ਹੋਇਆ। ਜਥੇਦਾਰ ਕਰਤਾਰ ਸਿੰਘ ਝੱਬਰ ਤੇ ਤੇਜਾ ਸਿੰਘ ਭੁੱਚਰ ਅਚਾਨਕ ਉੱਥੇ ਪਹੁੰਚ ਗਏ। ਪ੍ਰਸ਼ਾਦ ਦੇ ਅਰਦਾਸੇ ਦੀ ਗੱਲ ਫਿਰ ਛਿੜੀ। ਅਖੀਰ ਦੋਹਾਂ ਧਿਰਾਂ ਨੇ ਫੈਸਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਵੱਲੋਂ ਮਿਲਣ ਵਾਲੇ ਹੁਕਮ ਤੇ ਇਹਦਾ ਨਿਰਣਾ ਛੱਡ ਦਿੱਤਾ ਜਾਏ। ਜਦ ਪੁਜਾਰੀ ਸਿੰਘ ਨੇ ਰੁਮਾਲਾ ਚੁੱਕ ਕੇ ਹੁਕਮ ਲਿਆ ਤਾਂ ਸੂਰਠ ਰਾਗ ਦਾ ਮਹਿਲਾ ਤੀਜੇ ਦਾ ਹੇਠ ਲਿਖਿਆ ਸ਼ਬਦ ਜਿਹੜਾ ਇਹ ਮੈਂ ਸ਼ਬਦ ਨੋਟ ਕੀਤਾ ਹੋਇਆ, ਉਹ ਹੈ ਸੂਰਠ ਮਹਿਲਾ ਤੀਜਾ ਦੋ ਤੁਕੀ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ, ਹਰ ਜੀਓ ਆਪੇ ਬਖਸ਼ ਮਿਲਾਏ, ਗੁਣਹੀਨ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲੈ ਲਾਏ। ਲੰਬਾ ਸ਼ਬਦ ਹੈ, ਮੈਂ ਸਿਰਫ ਇੰਨਾ ਕੀ ਜ਼ਿਕਰ ਕਰਨਾ ਚਾਹੁੰਦਾ ਵੀ ਇਹ ਹੁਕਮ ਜਿਹੜਾ ਸੀ ਉਹ ਆਇਆ ਗਿਆ। ਉਹ ਸਿੱਧਕੀ ਜਿਹੜੇ ਭਰੋਸੇਵਾਨ ਸਿੱਖ ਸਨ, ਉਹਨਾਂ ਦੇ ਇਹ ਫਰਮਾਨ ਜਿਹੜਾ ਸੀ ਉਹ ਸਤਿਗੁਰ ਜੀ ਦੇ, ਉਹਨਾਂ ਨੇ ਇਹੋ ਹੀ ਕਿਹਾ ਵੀ ਇਹ ਮੌਕੇ ਮੁਤਾਬਕ ਇਹ ਹੁਕਮ ਜਿਹੜਾ ਸਤਿਗੁਰੂ ਜੀ ਨੇ ਬਖਸ਼ਿਆ ਹੈ। ਉਹ ਸਾਰੀ ਸੰਗਤ ਵਿੱਚ ਧੰਨ ਗੁਰੂ ਰਾਮਦਾਸ, ਧੰਨ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੀ ਉਹ ਵਿਸ਼ਵਾਸ ਝਲਕਾ ਮਾਰ ਰਿਹਾ ਸੀ। ਉਹਨਾਂ ਨੇ ਇਹ ਕਹਿ ਲਈਏ ਕਿ ਡੋਲਦੇ ਹਿਰਦਿਆਂ ਨੂੰ ਇੱਕ ਸਿਦਕ ਬੰਨ੍ਹ ਦਿੱਤਾ ਤੇ ਹੁਣ ਪ੍ਰਸ਼ਾਦ ਵਰਤਾਇਆ ਗਿਆ। ਪੁਜਾਰੀਆਂ ਨੇ ਪ੍ਰਸ਼ਾਦ ਲਿਆ
ਪਰੰਤੂ ਬਹੁਤਿਆਂ ਨੇ ਪ੍ਰਸ਼ਾਦ ਖਾਧਾ ਨਹੀਂ, ਪ੍ਰਸ਼ਾਦ ਨੂੰ ਸੁੱਟ ਦਿੱਤਾ ਗਿਆ। ਝੱਬਰ ਜੀ, ਕਰਤਾਰ ਸਿੰਘ ਝੱਬਰ ਜੀ ਨੇ ਸਾਰੀ ਸੰਗਤ ਨੂੰ ਅਕਾਲ ਤਖਤ ਤੇ ਪ੍ਰਸ਼ਾਦ ਭੇਟ ਕਰਨ ਲਈ ਪ੍ਰੇਰਿਆ। ਤੋ ਹਰਿਮੰਦਰ ਸਾਹਿਬ ਅੰਦਰ ਇਹ ਗੱਲ ਹੋਈ ਦੇਖ ਕੇ ਅਕਾਲ ਤਖਤ ਸਾਹਿਬ ਦੇ ਪੁਜਾਰੀ ਜਿਹੜੇ ਸੀ ਉਹ ਅਕਾਲ ਤਖਤ ਛੱਡ ਕੇ ਹੀ ਭੱਜ ਗਏ। ਉਹਨਾਂ ਨੂੰ ਖਾਲਸਾ ਬਰਾਦਰੀ ਦੇ ਸਿੰਘਾਂ ਨੇ ਦਾ ਲਿਆਂਦਾ ਪ੍ਰਸ਼ਾਦ ਨਾ ਲੈਣਾ ਪਵੇ, ਇਸ ਕਰਕੇ ਵੀ ਇਹ ਖਾਲਸਾ ਬਰਾਦਰੀ ਦੇ ਜਿਹੜੇ ਨਵੇਂ ਸਿੰਘ ਨੇ, ਇਹ ਜਿਹੜੇ ਇਹਨਾਂ ਦਾ ਪ੍ਰਸ਼ਾਦ ਨਾ ਕਿਤੇ ਸਾਨੂੰ ਲੈਣਾ ਪਵੇ, ਉਹ ਉੱਥੋਂ ਛੱਡ ਕੇ ਭੱਜ ਗਏ। ਸਾਰੀ ਸੰਗਤ ਜਦੋਂ ਹਰਿਮੰਦਰ ਸਾਹਿਬ ਤੋਂ ਅਕਾਲ ਤਖਤ ਸਾਹਿਬ ਤੇ ਪੁੱਜੀ ਤੇ ਪੁਜਾਰੀਆਂ ਤੋਂ ਜਦੋਂ ਖਾਲੀ ਵੇਖਿਆ ਤਾਂ ਸਰ ਕਰਤਾਰ ਸਿੰਘ ਦੀ ਝੱਬਰ ਦੀ ਅਪੀਲ ਤੇ 17 ਸਿੰਘਾਂ ਨੇ ਆਪਣੇ ਆਪ ਨੂੰ ਤਖਤ ਦੀ ਸੇਵਾ ਲਈ ਪੇਸ਼ ਕੀਤਾ ਅਤੇ ਤੇਜਾ ਸਿੰਘ ਭੁੱਚਰ ਦੀ ਅਗਵਾਈ ਵਿੱਚ ਜਾਂ ਜਥੇਦਾਰੀ ਹੇਠ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲੀ। ਇਸ ਤਰ੍ਹਾਂ ਇਹ ਕਹਿ ਸਕਦੇ ਹਾਂ 12 ਅਕਤੂਬਰ 1920 ਨੂੰ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਜਿਹੜਾ ਸੀ ਸਿੱਖਾਂ ਦੇ ਹੱਥਾਂ ਵਿੱਚ ਆ ਗਿਆ। ਇਹ ਇੱਕ ਪਿਛੋਕੜ ਹੈ ਗੁਰਦੁਆਰਾ ਸੁਧਾਰ ਲਹਿਰ ਦਾ। ਇਸ ਤੋਂ ਅਗਲਾ ਇਤਿਹਾਸ ਜਿਹੜਾ ਹੈ ਉਹ ਫਿਰ ਕੇ ਸ਼ੁਰੂ ਹੋਏਗਾ, ਜਿਹੜੇ ਬਾਕੀ ਨਨਕਾਣਾ ਸਾਹਿਬ ਦਾ ਮੋਰਚਾ, ਤਰਨਤਾਰਨ ਸਾਹਿਬ ਦੀਆਂ ਸ਼ਹੀਦੀਆਂ, ਗੁਰੂ ਕਾ ਗਾਵ, ਗੰਗਸਰ ਜੇਤੂ, ਇਹ ਅਲੱਗ ਇੱਕ ਇਤਿਹਾਸਕ ਸਾਡੇ ਕੋਲ ਸਰੋਤ ਹਨ ਜਾਂ ਇਤਿਹਾਸਕ ਸਾਡੇ ਹਵਾਲੇ ਹਨ, ਜਿਨ੍ਹਾਂ ਵਿੱਚੋਂ ਸਿੱਖਾਂ ਦਾ ਗੁਰੂ ਪ੍ਰਤੀ ਪਿਆਰ ਤੇ ਗੁਰੂ ਪ੍ਰਤੀ ਸਤਿਕਾਰ ਝਲਕਦਾ ਨਜ਼ਰ ਆਉਂਦਾ ਹੈ। ਅੱਜ ਉਹ ਪਿਆਰ ਤੇ ਉਹ ਝਲਕਦੀ ਸਾਡੇ ਅੰਦਰ ਕਮੀ ਹੈ। ਅਸੀਂ ਗੁਰੂ ਨੂੰ ਗੁਰੂ ਮੰਨਦੇ ਹਾਂ, ਕਹਿੰਦੇ ਹਾਂ, ਪਰ ਮੰਨਦੇ ਨਹੀਂ। ਜਾਂ ਕਹਿ ਲਈਏ ਕਿ ਗੁਰੂ ਨੂੰ ਗੁਰੂ ਮੰਨਦੇ ਹਾਂ ਪਰ ਗੁਰੂ ਦੀ ਨਹੀਂ ਮੰਨਦੇ। ਇਹ ਥੋੜਾ ਜਿਹਾ ਅੱਜ ਫਰਕ ਸਾਡੇ ਅੰਦਰ ਆ ਚੁੱਕਾ ਹੈ। ਜੇ ਦੂਜੇ ਪਾਸੇ ਅਸੀਂ ਇਹ ਵੀ ਗੱਲ ਕਹਿ ਲਈਏ ਵੀ ਸ਼ਰਧਾ ਤੇ ਗਿਆਨ ਦੇ ਸੁਮੇਲ ਵਿੱਚੋਂ ਅਸੀਂ ਗਿਆਨ ਨੂੰ ਹਾਵੀ ਕਰਕੇ ਸ਼ਰਧਾ ਨੂੰ ਥੋੜਾ ਜਿਹਾ ਕਮਜ਼ੋਰ ਕੀਤਾ ਹੈ। ਜਦ ਤੱਕ ਸਿੱਖ ਧਰਮ ਦੇ ਵਿੱਚ ਇਕੱਲੀ ਸ਼ਰਧਾ ਹਮੇਸ਼ਾ ਹੀ ਕਰਮਕਾਂਡ ਨੂੰ ਜਨਮ ਦਿੰਦੀ ਹੈ ਤੇ ਗਿਆਨ ਇਕੱਲਾ ਹਮੇਸ਼ਾ ਹਉਮੈ ਨੂੰ ਜਨਮ ਦਿੰਦਾ ਹੈ। ਸਿੱਖ ਧਰਮ ਗਿਆਨ ਤੇ ਸ਼ਰਧਾ ਦਾ ਸੁਮੇਲ ਹੈ। ਔਰ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਗਿਆਨ ਵੀ ਸੀ, ਉਹਨਾਂ ਅੰਦਰ ਸ਼ਰਧਾ ਵੀ ਸੀ। ਗੁਰੂ ਤੋਂ ਕੁਰਬਾਨ ਹੋਣ ਦੇ ਲਈ ਉਹ ਗਿਆਨਵਾਨ ਵੀ ਸਨ। ਸਿੰਘ ਸਭਾ ਲਹਿਰ ਵਿੱਚ ਬਹੁਤ ਸਾਰੇ ਬਹੁਤ ਗਿਆਨਵਾਨ ਵਿਅਕਤੀ ਸਨ ਜਿਨ੍ਹਾਂ ਨੇ ਸਿੰਘ ਸਭਾ ਲਹਿਰ ਦਾ ਕੰਮ ਜਿਹੜਾ ਸੀ ਚਲਾਇਆ। ਤੋ ਇੱਕ ਐਸਾ ਇਤਿਹਾਸ ਹੈ, ਇੱਕ ਐਸੀ ਲਹਿਰ ਹੈ ਗੁਰਦੁਆਰਾ ਸੁਧਾਰ ਲਹਿਰ। ਇਹ ਪਿਛੋਕੜ ਹੈ ਜੋ ਮੈਂ ਆਪ ਜੀ ਦੇ ਨਾਲ ਅੱਜ ਜ਼ਿਕਰ ਕੀਤਾ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਕਿਉਂ ਚੱਲੀ। ਅਸਲ ਵਿੱਚ ਇਸ ਤੋਂ ਬਾਅਦ ਦਰਬਾਰ ਸਾਹਿਬ ਦਾ ਕਬਜ਼ੇ ਤੋਂ ਬਾਅਦ ਜਾਂ ਦਰਬਾਰ ਸਾਹਿਬ ਦੇ ਪ੍ਰਬੰਧ ਸਿੱਖਾਂ ਹੱਥਾਂ ਵਿੱਚ ਆਉਣ ਤੋਂ ਬਾਅਦ, ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਸਿੱਖਾਂ ਹੱਥਾਂ ਵਿੱਚ ਆਉਣ ਤੋਂ ਬਾਅਦ ਇਹ ਲਹਿਰ ਦਾ ਅੱਗੇ ਹੋਰ ਇਤਿਹਾਸ ਜਿਹੜਾ ਅੱਗੇ ਵੱਧਦਾ ਹੈ। ਉਹਦੇ ਵਿੱਚ ਫਿਰ ਸਭ ਤੋਂ ਪਹਿਲਾਂ ਤਰਨਤਾਰਨ ਸਾਹਿਬ ਦਾ ਗੁਰਦੁਆਰਾ ਤੇ ਉਹਦੀਆਂ ਸ਼ਹਾਦਤਾਂ ਵਿੱਚ ਪਿਓ ਪੁੱਤਰ ਸ਼ਹੀਦ ਹੁੰਦੇ ਨੇ, ਭਾਈ ਹੁਕਮ ਸਿੰਘ, ਭਾਈ ਹਜ਼ਾਰਾ ਸਿੰਘ ਜੀ, ਤੇ ਉਸ ਤੋਂ ਬਾਅਦ ਫਿਰ ਨਨਕਾਣਾ ਸਾਹਿਬ ਦਾ ਤੇ ਬਾਬੇ ਕੀ ਬੇਰ, ਸਿਆਲਕੋਟ, ਸਾਰੇ ਅੱਗੇ ਇਤਿਹਾਸ ਚੱਲਦਾ। ਗੁਰੂ ਕਾ ਬਾਗ, ਗੰਗਸਰ ਜੇਤੋ, ਇਹ ਮੋਰਚੇ ਲੱਗਦੇ ਹਨ, ਸਿੱਖਾਂ ਦੀਆਂ ਸ਼ਹਾਦਤਾਂ ਹੁੰਦੀਆਂ ਹਨ। ਉਹ ਕਿਹੜੀ ਫਿਰ ਆਪਾਂ ਅਗਲਾ ਵਿਚਾਰ ਕਰਾਂਗੇ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ, ਉਹ ਕਿਵੇਂ ਹੋਂਦ ਚਾਹੁੰਦੀ ਹੈ, ਉਹਦਾ ਅਗਲੀ ਇਤਿਹਾਸ ਤਾਂ ਲਾ ਦਿੰਦਾ। ਸ਼੍ਰੋਮਣੀ ਕਮੇਟੀ ਦੇ ਕਿਹੜੇ ਕੰਮ ਜਿਹੜੇ ਹਨ ਉਹ ਕੀਤੇ ਤੇ ਕਿਹੜੇ ਮਤੇ ਪਾਸ ਹੋਏ, ਉਹ ਸਾਰਾ ਇਤਿਹਾਸ ਜਿਹੜਾ ਹੈ ਕਿਤੇ ਹੋਰ ਸਮਾਂ ਮਿਲੇਗਾ, ਜ਼ਰੂਰ ਆਪਾਂ ਆਪ ਜੀ ਨਾਲ ਵਿਚਾਰ ਕਰਾਂਗੇ ਜੀ। ਅੱਜ ਇਸ ਇਤਿਹਾਸ ਦੀ ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗ ਰਿਹਾ ਹਾਂ, ਕਿਉਂਕਿ ਇਤਿਹਾਸ ਦੇ ਸਰੋਤ ਸਾਡੇ ਕੋਲ ਇੰਨੇ ਜ਼ਿਆਦਾ ਨਹੀਂ ਮਿਲਦੇ। ਇੱਥੇ ਹੋਣ ਕਰਕੇ ਕਿਤਾਬਾਂ ਵੀ ਕੁਝ ਘੱਟ ਮਿਲਦੀਆਂ ਨੇ, ਪਰ ਜਿੰਨਾ ਕਿ ਇਤਿਹਾਸਿਕ ਸਰੋਤ ਮਿਲੇ ਹਨ ਉਹਨਾਂ ਦੇ ਨਾਲ ਹਵਾਲਿਆਂ ਨਾਲ ਮੈਂ ਆਪ ਜੀ ਦੇ ਨਾਲ ਕੁਝ ਵਿਚਾਰ ਸਾਂਝੇ ਕੀਤੇ ਹਨ ਜੀ। ਹੋਈਆਂ ਭੁੱਲਾਂ ਦੀ ਇੱਕ ਵਾਰ ਫਿਰ ਆਪ ਪਾਸੋਂ ਖਿਮਾ ਮੰਗ ਰਿਹਾ ਹਾਂ ਜੀ। ਪਿਆਰ ਸਹਿਤ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।